सतनाम वाहेगुरु साहिब जियो। माज महला तीजा। मेरा प्रभ भरपूर रहया सब थाई। गुर प्रसादी करही मैं पाई। मेरा प्रभ भरपूर रहया सब थाई। गुर प्रसादी करही मैं पाई। सदा सरेवी इक मन ध्याई। गुरमुख सच समावणिया। हाँ वारी जियों वारी। जग जीवन मन वसावणिया। हर जग जीवन निरपौ दाता। गुरमत सह नाम हुआ। तेरे कवन कवन गुण कह कह गावा। तू साहिब गुणी निधाना। तुमरी महिमा वर्ण न साकूं। तू ठाकुर ऊच भगवाना। सतनाम वाहेगुरु साहिब जियो। माज महला तीजा। मेरा प्रभ भरपूर रहया सब थाई। गुर प्रसादी करही मैं पाई। मेरा प्रभ भरपूर रहया सब थाई। गुर प्रसादी करही मैं पाई। सदा सरेवी इक मन ध्याई। गुरमुख सच समावणिया। हाँ वारी जियों वारी। जग जीवन मन वसावणिया। हर जग जीवन निरपौ दाता। गुरमत सहज समावणिया। रहाओ कर मैं धरती धौल पताला। कर ही मैं प्रीतम सदा है बाला। सदा आनंद रहे सुखदाता। गुरमत सहज समावणिया। काया अंदर हाउ मैं मेरा। जम्मन मरण न चूकै फेरा। गुरमुख होवै सो हाउ मैं मारे। सच्चो सच त्यावणिया। काया अंदर पाप पुण्य दोए भाई। दूही मिलकै सृष्टि उपाई। दोवें मार जाए इकत घर आवे। गुरमत सहज समावणिया। कर ही माहे दूजै भाई अनेरा। चानन होवै छोड़ै हाउ मैं मेरा। प्रगट शब्द है सुखदाता। अनदिन नाम त्यावणिया। अंतर जोत प्रगट पासारा। गुर साखी मिटया अंधियारा। कमल विगास सदा सुख पाया। ज्योति जोत मिलावणिया। अंदर महल रत्नी भरे पंडारा। गुरमुख पाए नाम अपारा। गुरमुख वणजे सदा व्यापारी। लाहा नाम सद पावणिया। आपे वथ राखै आपे दे। गुरमुख वणजह केई के। नानक जिस नदर करे सो पाए। कर किरपा मन वसावणिया। आपे वथ राखै आपे दे।
गुरमुख वणजै केही के, नानक जिस नदर करे सो पाए। कर किरपा मन वसावणिया। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी की अपार अजमत बख्शिश शाम समय ओंटारियो खालसा दरबार के इस पावन दीवान ਨੂੰ ਅਸੀਂ ਮਾਣ ਰਹੇ ਹਾਂ। ਇਹ ਸਮਾਂ ਗੁਰੂ ਸ਼ਬਦ ਵਿਆਖਿਆ ਦਾ ਹੈ। ਇਸ ਵਿੱਚ ਮਾਝ ਰਾਗ ਦੇ ਅਸ਼ਟਪਦੀਆਂ ਦੇ ਬਚਨ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਪਾਵਨ ਉਪਦੇਸ਼ਾਂ ਨੂੰ ਅਸੀਂ ਵਿਚਾਰਦੇ ਹਾਂ। ਸ਼ਬਦ ਆਪਨੇ ਸਰਵਨ ਕੀਤਾ ਹੈ। ਬੀਤੇ 'ਚ ਇਸ ਪਾਵਨ ਗੁਰੂ ਸ਼ਬਦ ਦੀ ਵਿਆਖਿਆ ਤਕਰੀਰ ਪ੍ਰਾਰੰਭ ਕੀਤੀ ਸੀ, ਜਿੱਥੇ ਬੀਤੇ ਕੱਲ੍ਹ ਅਸੀਂ ਬਾਤ ਸਮੇਟੀ ਵਾਈਂਡ ਅਪ ਕੀਤੀ। ਅੱਜ ਉੱਥੋਂ ਹੀ ਅਸੀਂ ਇਸ ਨੂੰ ਸਟਾਰਟ ਕਰਾਂਗੇ। ਜਸਟ ਇੱਕ ਸਰਸਰੀ ਨਜ਼ਰ ਰਹਾਉ ਦੇ ਪਦੇ 'ਤੇ ਹੈ, ਜਿਹਦੇ ਵਿੱਚ ਸਾਹਿਬ ਕਹਿ ਰਹੇ ਨੇ, ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ। ਮੈਂ ਵਾਰਨੇ ਜਾਣਾ ਮੈਂ ਕੁਰਬਾਨ ਜਾਣਾ। ਗੁਰੂ ਅਮਰਦਾਸ ਸਾਹਿਬ ਆਪਣੇ 'ਤੇ ਬਾਤ ਚੁਕਾਉਂਦੇ ਉਹਨਾਂ ਮਨੁੱਖਾਂ 'ਤੇ, ਉਹਨਾਂ ਇਨਸਾਨਾਂ 'ਤੇ ਜਗ ਜੀਵਨ ਮਨ ਵਸਾਵਣਿਆ, ਜਿਨ੍ਹਾਂ ਦੇ ਮਨ ਵਿੱਚ ਇਕੱਲਾ ਜਗਤ ਨਹੀਂ ਚੱਲਦਾ, ਸੰਸਾਰ ਨਹੀਂ ਚੱਲਦਾ। ਸੰਸਾਰ ਨੂੰ ਸਾਜਣ ਬਣਾਉਣ ਵਾਲਾ ਜਿਹੜੀ ਅਸਲ ਐਗਜ਼ਿਸਟੈਂਸ ਆ, ਜਿਨ੍ਹਾਂ ਦੀ ਪਹੁੰਚ ਸੁਰਤ ਕਰਕੇ ਉੱਥੇ ਵੀ ਹੈ, ਜਿਹੜੇ ਅਹਿਸਾਸਦੇ ਨੇ ਸੰਸਾਰ ਇਹ ਉਸ ਪਰਿਪੂਰਨ ਦੀ ਛਾਇਆ ਹੈ, ਬਿਰਖ ਉਹ ਹੈ ਜਿਨ੍ਹਾਂ ਦੀ ਨਜ਼ਰ ਉਹਦੇ ਤੱਕ ਪਹੁੰਚ ਗਈ। ਸੋ ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ। ਕਿਉਂਕਿ ਹਰੀ ਦਾ ਉਹ ਜਗ ਜੀਵਨ ਰੂਪ ਜਿਹੜਾ ਉਹ ਨਿਰਭਉ ਦਾਤਾ, ਉਹ ਬੰਦੇ ਦੀ ਸੁਰਤ ਨੂੰ ਭੈ ਰਹਿਤ ਕਰ ਦਿੰਦਾ, ਜਿਹਦੇ ਵਿੱਚ ਚਿੰਤਾਵਾਂ ਫਿਕਰ ਛੋਟੇ ਛੋਟੇ ਝੋਰੇ ਝੇਰੇ ਇਹ ਲੈ ਜਾਂਦੇ ਸਾਰੇ। ਤੁਸੀਂ ਦਾਤੇ ਨਾਲ ਨਾਤਾ ਬਣਾਉਣ ਕਰਕੇ ਉਹ ਗੁਰਮਤੀਏ ਹੁੰਦੇ, ਅਤੇ ਗੁਰਮਤ ਦੇ ਸਦਕਾ ਹੀ ਸਹਿਜੇ ਭਾਵ ਦੇ ਨਾਲ ਉਹ ਇਸ ਜਿਹੜੀ ਖਾਸ ਕਰਕੇ ਜਗਜੀਵਨ ਨੂੰ ਮਨ ਵਿੱਚ ਵਸਾਉਣ ਵਾਲੀ ਇਹ ਆਭਾਇਆ, ਇਹਨੂੰ ਮੰਡਤ ਹੁੰਦੇ, ਇਸ ਸਟੇਟ ਆਫ ਮਾਈਂਡ ਨੂੰ ਮਾਣਦੇ। ਸੋ ਇਹ ਮੁੱਖ ਸੁਨੇਹੇ ਦਾ ਬੰਦ ਹੈ। ਜਿੱਥੇ ਬੀਤੇ ਕੱਲ੍ਹ ਵਿਚਾਰਦਿਆਂ ਹੋਇਆਂ ਬਾਤ ਅਸੀਂ ਸਮੇਟ ਰਹੇ ਸੀਗੇ, ਉਹ ਸੀਗਾ ਘਰ ਮੈਂ ਧਰਤੀ ਧੌਲ ਪਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਧੌਲ ਪਤਾਲਾ ਬਾਤ ਹੋਈ ਕਿ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ 'ਚ ਅਸੀਂ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੇ ਸਚਿਆਰ ਤਵ ਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੇ ਹੋਰ ਹੋਰ ਤਿਸਤੈ ਭਾਰ ਤਲੈ ਕਵਣ ਜੋਰ। ਜੇ ਅਸੀਂ ਪੁਰਾਣੀਆਂ ਲਿਖਾਵਟਾਂ ਮਿਥਿਕ ਰਚਨਾਵਾਂ ਪੜ੍ਹਦੇ ਹਾਂ ਭਾਰਤੀ ਖਿੱਤੇ ਦੀਆਂ ਮਿਥਿਹਾਸ ਵਿੱਚ, ਤਾਂ ਉਹਨਾਂ 'ਚ ਬਿਆਨ ਕੀਤਾ ਗਿਆ ਕਿ ਧਰਤੀ ਨੂੰ ਇਸ ਕਿਵੇਂ ਇੱਕ ਬਲਦ ਨੇ ਚੱਕਿਆ ਹੈ ਆਪਣੇ ਸਿੰਘ ਦੇ ਉੱਤੇ, ਫਿਰ ਉਹ ਸਿੰਘ ਬਦਲਦਾ, ਅਰਥਕੁਏਕ ਆ ਜਾਂਦਾ। ਇਹ ਸਾਰੀਆਂ ਸਟੋਰੀਜ਼ ਬਣੀਆਂ ਗਈਆਂ। ਗੁਰੂ ਸਾਹਿਬ ਨੇ ਇਹ ਕਿਹਾ, ਉਹ ਭਲੇ ਮਨੁੱਖ ਜਿਸ ਧੌਲੇ ਬਲਦ ਨੇ ਇਸ ਧਰਤੀ ਨੂੰ ਚੁੱਕਿਆ ਉਹ ਧਰਮ ਹੈ, ਅਤੇ ਧਰਮ ਦੇ ਆਧਾਰ 'ਤੇ ਸਭ ਕੁਝ ਚੱਲਦਾ ਹੈ। ਅਤੇ ਉਸ ਧਰਮ ਦਾ ਜਿਹੜਾ ਬੇਸ ਆ, ਘਰ ਮੈਂ ਧਰਤੀ ਧੌਲ ਪਤਾਲਾ, ਉਹ ਤੇਰੇ ਹਿਰਦੇ ਘਰ 'ਚ ਹੀ ਪਿਆ ਆ, ਜਿਹਨੂੰ ਕਿਹਾ ਜਾਏ ਵਿਵੇਕ, ਜਿਹੜੀ ਹਿਊਮਨ ਬੀਇੰਗ ਦਾ ਇਨਰ ਇਨਸਟਿੰਕਟ ਆ, ਜਿਹੜਾ ਅੰਦਰ ਇੱਕ ਆਤਮ ਆਵਾਜ਼ ਆ ਜਿਹੜੀ ਦੱਸਦੀ ਆ ਠੀਕ ਆ ਗਲਤ ਹੈ, ਉੱਥੋਂ ਹੀ ਧਰਮ ਸ਼ੁਰੂ ਹੁੰਦਾ ਆ। ਉਹੀ ਅਸਲ ਦੇ ਵਿੱਚ ਆਧਾਰ ਹੈ ਸਾਰੇ ਕਾਸੇ ਦਾ। ਜਦੋਂ ਬੰਦਾ ਆਪਣੀ ਅੰਦਰ ਦੀ ਆਵਾਜ਼ ਨੂੰ ਦਬਾ ਦਿੰਦਾ, ਓਪਰੈਸ ਕਰ ਦਿੰਦਾ, ਅਵੋਇਡ ਕਰ ਦਿੰਦਾ, ਜਾਂ ਬਿਲਕੁਲ ਹੀ ਸੁਣਨਾ ਹੀ ਬੰਦ ਕਰ ਦਿੰਦਾ, ਅਤੇ ਫਿਰ ਬੌਲਾ ਹੋ ਜਾਂਦਾ। ਅਤੇ ਬੌਲਾ ਮਨੁੱਖ, ਪਾਗਲ ਮਨੁੱਖ ਜਿਹੜਾ ਆ, ਉਹਦਾ ਤਾਂ ਫਿਰ ਟਰੀਟਮੈਂਟ ਕਰਨਾ ਪੈਂਦਾ। ਇਸੇ ਕਰਕੇ ਸਾਹਿਬ ਨੇ ਕਿਹਾ, ਸਾਨੂੰ ਜੇ ਅੰਦਰ ਦਾ ਸ਼ਬਦ ਨਹੀਂ ਸੁਣਦਾ ਤਾਂ ਬਾਹਰੋਂ ਹੀ ਸੁਣੀਏ, ਕਿਉਂਕਿ ਬਿਨ ਸ਼ਬਦ ਹੈ ਸਭ ਜਗ ਬੌਰਾਨ, ਬਿਰਥਾ ਜਨਮ ਗਵਾਇਆ। ਇਸ ਸੱਚ ਦੇ ਸ਼ਬਦ ਨੂੰ ਸਮਝਣ ਤੋਂ ਬਿਨਾਂ ਜਗਤ ਬੌਰਾ ਹੈ, ਅਤੇ ਇਸ ਬੌਰੇਪਨ ਦੀਆਂ ਨਿਸ਼ਾਨੀਆਂ ਸਾਨੂੰ ਆਪ ਦਿਸਦੀਆਂ ਨੇ, ਜਿਹਦੇ 'ਚ ਪਾਗਲਪਨ ਦੀ ਇੱਕ, ਜਿਹਨੂੰ ਕਿਹਾ ਜਾਏ ਕਿ ਇੱਕ ਅਜੀਬ ਤਰ੍ਹਾਂ ਦੀ ਬੰਦੇ ਦੇ 'ਚ ਹਵਸਗਿਰੀਅਤ ਆਈ ਹੋਈ ਹੈ, ਜਿਹਦੇ ਅੰਦਰ ਕੁਝ ਵੀ ਮਿਲ ਜਾਏ, ਕੁਝ ਵੀ ਪ੍ਰਾਪਤ ਹੋ ਜਾਏ, ਸਭ ਚੀਜ਼ ਛੋਟੀ ਥੋੜ੍ਹੀ ਘੱਟ ਇਹ ਲੱਗਦੀ। ਨੰਬਰ 2 ਦੇ ਵਿੱਚ ਈਰਖਾ ਦਵਾਇਖ ਜਿੰਦਾ। ਨੰਬਰ 3 ਦੇ ਉੱਤੇ ਬੰਦੇ ਦੇ ਅੰਦਰ ਡੇ ਬਾਈ ਡੇ ਜਿਹੜੀ ਐਨਮਿਟੀ ਹੈ, ਜਿਹੜੀ ਇੱਕ ਦੂਜੇ ਦੇ ਪ੍ਰਤੀ ਸੰਵੇਦਨਾ ਹੋਣੀ ਚਾਹੀਦੀ, ਉਹਦੀ ਬਜਾਏ
ਬੰਦੇ ਦੀ ਇੱਕ ਦੂਜੇ ਦੇ ਪ੍ਰਤੀ ਇੱਕ ਅਜੀਬ ਤਰ੍ਹਾਂ ਦੀ ਦੁਸ਼ਮਣੀ, ਇੱਕ ਨਫ਼ਰਤ, ਈਰਖਾ ਦਵੈਖ ਵੱਧਦਾ। ਇਹੀ ਬੰਦੇ ਨੂੰ ਪਤਾ ਲੱਗਦਾ ਬੰਦਾ ਬਿਮਾਰ ਹੈ। ਗੁਰੂ ਸਾਹਿਬ ਕਹਿੰਦੇ ਇਹ ਸਾਰਾ ਕੁਛ ਵਿਵੇਕ ਨੂੰ ਨਾ ਸਮਝਣ ਕਰਕੇ ਹੈ। ਉਹ ਭਲੇ ਬੰਦੇ, ਘਰ ਮੈਂ ਧਰਤੀ ਧੌਲ ਪਤਾਲਾ, ਉਹਦਾ ਬੀਜ ਤੇਰੇ ਵਿਵੇਕ ਤੇਰੇ ਅੰਦਰ ਪਿਆ ਆ। ਤੇ ਜਿਸ ਨੇ ਬੀਜ ਪਾਇਆ, ਜੋ ਇਸ ਬੀਜ ਦਾ ਅਸਲ ਕਰਨ ਹਾਰਿਆ, ਉਹ ਹੈ ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਘਰ ਹੀ ਮੈਂ ਪ੍ਰੀਤਮ। ਇਸ ਬਾਬਤ ਚੀਜ਼ਾਂ ਸਮਝਣ ਵਾਸਤੇ ਅਕਸਰ ਬਿਆਨ ਕੀਤੀਆਂ ਜਾਂਦੀਆਂ ਕਿ ਬੰਦੇ ਦਾ ਜਿਹੜਾ ਸਰੀਰ ਹੈ ਇਹ ਕਾਲਜ਼ਈ ਹੈ, ਮੀਨ ਕਾਲ ਵਿੱਚ ਆਇਆ, ਜਿਹਦੇ 'ਚ ਸਟੇਜਸ ਬਦਲਦੀਆਂ। ਜਿਵੇਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦਾਂ 'ਚ ਪੜ੍ਹਦੇ, ਬਾਲ, ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਇਹ ਤਿੰਨ ਅਵਸਥਾਵਾਂ ਸਰੀਰ 'ਤੇ ਆਉਂਦੀਆਂ। ਸਰੀਰ ਛੋਟਾ ਹੁੰਦਾ, ਫਿਰ ਵੱਡਾ ਹੁੰਦਾ, ਫਿਰ ਦੁਬਾਰਾ ਛੋਟਾ ਵਡੇਰਾ ਹੋ ਜਾਂਦਾ, ਫਿਰ ਹੌਲੀ ਹੌਲੀ ਖੀਨ ਹੋ ਜਾਂਦਾ। ਪਰ ਕਹਿੰਦੇ ਜਿਹੜੀ ਆਤਮਾ ਆ, ਰੂਹ ਆ, ਉਹ ਨਾ ਬਾਲਪਨ 'ਚ ਜਾਂਦੀ, ਨਾ ਜੋਬਨ 'ਚ, ਨਾ ਬੁਢੇਪੇ 'ਚ। ਉਹ ਇੱਕੋ ਜਿਹੀ ਰਹਿੰਦੀ ਉਸ ਰੂਪ ਦੇ ਵਿੱਚ। ਉਹ ਜਨਮ ਮਰਨ ਦੇ ਗੇੜ ਦੇ ਵਿੱਚ ਵੀ ਨਹੀਂ ਆਉਂਦੀ, ਬਲਕਿ ਉਸ ਤੋਂ ਬਾਹਰ ਰਹਿੰਦੀ ਹੈ। ਭਾਵ ਜਿਹੜਾ ਅਸੀਂ ਦੇਖਦੇ ਹਾਂ ਨਾ ਕਿ ਜਿਹੜਾ ਸਰੀਰ ਦਾ ਬਣਨਾ ਟੁੱਟਣਾ, ਇਹ ਸਾਰੇ ਦੇ ਵਿੱਚ ਉਹਦੀ ਉਸ ਕਿਸਮ ਦੀ ਇਨਵੋਲਵਮੈਂਟ ਨਹੀਂ ਹੈਗੀ। ਜਦੋਂ ਬੰਦੇ ਦੀ ਸੁਰਤ ਉਸ ਤੱਕ ਨਹੀਂ ਪਹੁੰਚਦੀ, ਇਸ ਕਰਕੇ ਉਹਦਾ ਮਨ ਉਹ ਯਾਤਰਾ ਕਰਦਾ ਸਾਰੀ। ਇਹ ਜਿਹੜੀ ਬਾਤ ਆ ਰਹੀ ਹੈ ਕਿ ਜੇ ਤੂੰ ਉਸ ਸਰਵਵਿਆਪੀ ਉਸ ਰੂਹ ਨਾਲ ਜੁੜ ਜਾਏਗਾ, ਜਿਹੜੀ ਸਭ ਵਿੱਚ ਮੌਜੂਦ ਹੈ, ਤੇਰੇ ਵਿੱਚ ਵੀ ਮੌਜੂਦ ਹੈ, ਉਹ ਆਤਮਕ ਸ਼ਕਤੀ, ਉਹ ਹਮੇਸ਼ਾ ਬਾਲੀ ਹੈ, ਹਮੇਸ਼ਾ ਜੋਬਨ ਵਿੱਚ ਆ। ਇਸ ਲਈ ਬਾਬਾ ਅਮਰਦਾਸ ਨੇ ਆਪ ਇਹ ਬਚਨ ਕਹੇ ਸੀਗੇ ਆਪਣੀ ਪਾਵਨ ਰਚਨਾ ਦੇ ਵਿੱਚ। ਜੇ ਆਪਾਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ, 60ਵਿਆਂ 'ਚ ਬੰਦਾ ਲੰਘ ਰਿਹਾ ਹੋਏ, 70ਵਿਆਂ 'ਚ ਪਹੁੰਚ ਰਿਹਾ ਹੋਏ, ਤੇ ਬੰਦੇ ਨੂੰ ਹੋਰ ਕੁਛ ਨਹੀਂ ਤੇ ਆਰਥਰਾਈਟਸ ਆਉਣਾ ਸ਼ੁਰੂ ਹੋ ਜਾਂਦਾ ਹੈ, ਕਰੋਨਿਕ ਪੇਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜੋੜਾਂ ਦਾ ਦਰਦ, ਇਹੋ ਜਿਹੀਆਂ ਚੀਜ਼ਾਂ। ਤੇ ਇਹ ਨੈਚੁਰਲ ਆ, ਇਹ ਮਦਰ ਨੇਚਰ ਦੇ ਲਾਅ ਵਿੱਚ ਹੀ ਆਉਂਦਾ। ਅੱਖਾਂ ਦੀ ਤਾਪ ਘਟ ਜਾਂਦੀ, ਕੰਨਾਂ 'ਚ ਸਰੋਤ ਘਟ ਜਾਂਦੀ। ਈਵਨ ਜੇ ਅਸੀਂ ਦੇਖੀਏ ਨਾ ਕਿ ਹਾਰਟ ਇੱਕ ਔਰਗਨ ਆ, ਲਿਵਰ ਇੱਕ ਔਰਗਨ ਆ, ਕਿਡਨੀ ਇੱਕ ਔਰਗਨ ਆ, ਸਾਡਾ ਬ੍ਰੇਨ ਵੀ ਇੱਕ ਔਰਗਨ ਆ। ਜੇ ਉਮਰ ਦੇ ਤਵਾਜ਼ਨ ਦੇ ਨਾਲ ਹਾਰਟ ਦਾ ਲੈਵਲ ਜਿਹੜਾ ਉਸ ਲੈਵਲ 'ਤੇ ਨਾ ਰਹਿੰਦਾ, ਘਟ ਜਾਂਦਾ। ਲਿਵਰ ਉਹ ਥੋੜ੍ਹਾ ਬਹੁਤਾ ਫੈਟੀ ਜਿਹੜਾ ਹੈਗਾ ਸਿਚੁਏਸ਼ਨ 'ਚ ਆ ਜਾਂਦਾ, ਫੈਟ ਜਨਰੇਟ ਕਰਨ ਲੱਗ ਜਾਂਦਾ। ਕਿਡਨੀਜ਼ ਉਸ ਲੈਵਲ ਦੀਆਂ ਕੰਮ ਨਾ ਕਰਦੀਆਂ, ਬੰਦੇ ਦਾ ਗਾਲ ਬਲੈਡਰ ਉਸ ਲੈਵਲ 'ਤੇ ਨਾ ਰਹਿੰਦਾ, ਔਰਗਨਸ ਓਲਡ ਹੋ ਰਹੇ ਨਾ ਏਜ ਦੇ ਮੁਤਾਬਕ, ਬ੍ਰੇਨ ਵੀ ਹੋ ਜਾਂਦਾ, ਜੋ ਕਿ ਸੇਮ ਇੰਪੈਕਟ ਉੱਤੇ ਪਏਗਾ। ਇਹ ਚੀਜ਼ਾਂ ਮਦਰ ਨੇਚਰ ਦੇ ਲਾਅ ਦੇ ਵਿੱਚ ਨੇ। ਪਰ ਇਹ ਹੈ ਕਿ ਇਕੱਲਾ ਜੀਵਨ ਇਹ ਫਿਜ਼ੀਕਲ ਸਟਰਕਚਰ ਦੇ ਉੱਤੇ ਡਿਪੈਂਡ ਨਹੀਂ ਕਰਦਾ, ਇਹਦੇ ਪਿੱਛੇ ਇੱਕ ਸਪਿਰਿਟ ਆ ਜੋ ਸਾਡੀ ਸੁਰਤ ਨੂੰ ਇੱਕ ਜਗ੍ਹਾ 'ਤੇ ਜਿਹੜੀ ਹੈ ਉਹ ਲੈ ਕੇ ਜਾਂਦੀ, ਭਾਵੇਂ ਉੱਚੀਆਂ ਤੇ ਭਾਵੇਂ ਨੀਵਿਆਂ। ਹੁਣ ਬਾਬਾ ਅਮਰਦਾਸ ਜੀ ਨੇ 70ਵਿਆਂ 'ਚ ਆ ਕੇ ਗੁਰੂ ਅੰਗਦ ਸਾਹਿਬ ਕੋਲ ਆ ਕੇ ਗੁਰਮਤਿ ਸਕੂਲ ਆਫ ਥਾਟ ਐਡਮਿਸ਼ਨ ਲਿਆ, ਇਸ ਲੈਵਲ 'ਤੇ ਪਰਨਾਏ। ਗੁਰੂ ਸਾਹਿਬ ਨੇ ਤੀਸਰੇ ਜਾਮੇ ਦੀ ਜ਼ਿੰਮੇਵਾਰੀ ਦੇ ਦਿੱਤੀ, ਗੁਰੂ ਬਣ ਕੇ ਆਭਾ ਮੰਡਤ ਹੋਏ। ਤੇ ਫਿਰ ਏਡੇ ਵੱਡੇ ਕਾਰਜ ਸਿਰਜੇ, ਗੋਇੰਦਵਾਲ ਨਗਰ ਵਸਾਇਆ, ਨਵੀਂ ਵਸੋਂ ਵਸਾਈ ਇੱਕ ਪੂਰੀ ਦੀ ਪੂਰੀ ਬਸਤੀ, ਐਸੀ ਬਸਤੀ ਜਿਹਨੂੰ ਵੇਖ ਕੇ ਅਕਬਰ ਬਾਦਸ਼ਾਹ ਹਿੰਦ ਜਲਾਲੂਦੀਨ ਅਕਬਰ ਜਿਹੜਾ ਆ ਉਹ ਵੀ ਹੈਰਾਨ ਰਹਿ ਗਿਆ। ਤੇ ਉਹ ਕਹਿੰਦਾ ਆਪਣੇ ਦੀਵਾਨ ਟੋਡਰ ਮੱਲ ਨੂੰ ਕਿ ਮੈਨੂੰ ਇਹ ਲੈ ਕੇ ਜਾ ਨਗਰ ਵੇਖਣਾ, ਵਿੱਚ ਜਾ ਕੇ ਨਗਰ ਦੇ ਵਸਾਉਣ ਵਾਲੇ ਇਹਦੇ ਕਰਨਧਾਰ ਨੂੰ ਮਿਲਣਾ ਹੈ, ਗੁਰੂ ਅਮਰਦਾਸ ਸਾਹਿਬ ਨੂੰ। ਇਹ ਬੜੀ ਵੱਡੀ ਚੀਜ਼ ਆ। ਇਹ ਮਤਲਬ ਤਵਾਰੀਖ ਦਾ ਰੰਗ ਜਿਹੜਾ ਬੜਾ ਆਪਣੇ ਆਪ ਦੇ ਵਿੱਚ ਬੜਾ ਸ਼ੌਕ ਆ। ਤੇ ਉਹ ਇਹ ਸਭ ਇਨਸੀਡੈਂਟ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ। ਬਾਬਾ ਅਮਰਦਾਸ ਆਪ ਅਹਿਸਾਸ ਕਰ ਸਕਦੇ ਹੋ ਕਿੰਨੇ ਬਿਜ਼ੀ ਹੋਣਗੇ, ਕਿਸ ਤਰੀਕੇ ਦੇ ਜ਼ਿੰਮੇਵਾਰੀਆਂ ਨਿਭਾ ਰਹੇ ਹੋਣਗੇ, ਸਭ ਚੀਜ਼ਾਂ। ਤੇ ਕੋਈ ਕਹਿੰਦਾ ਵੀ ਹੋਣਾ ਗੁਰੂ ਅਮਰਦਾਸ ਸਾਹਿਬ ਸਰੀਰ ਵਡੇਰਾ ਆ, ਉਮਰ ਵੀ ਬੜੀ ਹੋ ਗਈ ਹੈ, ਕੰਮ ਵੀ ਬੜੇ ਨੇ, ਸਵੇਰ ਤੋਂ ਸ਼ਾਮ ਤੱਕ ਇਸ ਰੂਪ ਵਿੱਚ। ਗੁਰੂ ਅਮਰਦਾਸ ਸਾਹਿਬ ਕੋਲ ਚਰਚਾ ਕਰਨ ਵਾਲੇ ਵੀ ਬੜੇ ਲੋਕ ਆਉਂਦੇ ਸੀ। ਉਹ ਕਹਿੰਦਾ ਪਿਛੋਕੜ ਜਿਹੜਾ ਸੀਗਾ ਉਹ ਸਨਾਤਨੀ ਧਾਰਾ ਵਿੱਚੋਂ ਆ ਰਿਹਾ ਸੀ, ਤੀਰਥਾਂਤੂ ਰਹੇ ਸੀਗੇ, ਯੋਗੀ ਬੈਰਾਗੀ ਇਹੋ ਜਿਹੇ ਲੋਕ ਵੀ ਮਿਲਣ ਵਾਸਤੇ ਬੜੇ ਆਉਂਦੇ, ਤੇ ਬੜੀਆਂ ਲੰਮੀਆਂ ਚੌੜੀਆਂ ਚਰਚਾਵਾਂ ਵੀ ਹੁੰਦੀਆਂ। ਤੇ ਗੁਰੂ ਸਾਹਿਬ ਦੀਆਂ ਇਹ ਸਾਰੀਆਂ ਅਸੀਂ ਜੇ ਅਸੀਂ ਮਹਿਮਾ ਪ੍ਰਕਾਸ਼ ਪੜ੍ਹੀਏ, ਕੁਝ ਹੋਰ ਸੋਰਸ ਪੜ੍ਹੀਏ, ਪਤਾ ਵੀ ਲੱਗਦਾ ਇਹ ਸਾਰੇ ਦੇ ਬਾਬਤ। ਉਹਨਾਂ ਦੀ ਬਾਣੀ 'ਚ ਵੀ ਇਹਦਾ ਜ਼ਿਕਰ ਹੈ ਜਗ੍ਹਾ ਜਗ੍ਹਾ ਦੇ ਉੱਤੇ। ਖੈਰ ਇਸ ਸਭ ਦੇ ਵਿੱਚ ਇਤਨੇ ਬਿਜ਼ੀ ਰਹਿਣ ਵਾਲੇ ਗੁਰੂ ਅਮਰਦਾਸ ਮਹਾਰਾਜ, ਕਿਸੇ ਨੇ ਕਿਹਾ ਵੀ ਵਡੇਰੇ ਬੜੇ ਹੋ ਗਏ, ਉਹ ਸਰੀਰ ਬੜਾ ਬੁੱਢਾ ਹੋ ਗਿਆ। ਤੇ ਇਹ ਬਚਨ ਜਿਹੜੇ ਗੁਰਬਾਣੀ 'ਚ ਪੜ੍ਹਦੇ ਨਾ ਸੀ, ਗੁਰੂ ਅਮਰਦਾਸ ਸਾਹਿਬ ਨੇ ਲਿਖੇ ਸੀ, ਗੁਰਮੁਖ ਬੂਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ।
ਜਿਹੜੇ ਗੁਰੂ ਆਸ਼ੇ ਮੁਤਾਬਕ ਆਪਣੇ ਆਪ ਨੂੰ ਢਾਲਦੇ ਨਾ, ਉਹਨਾਂ ਦੇ ਉੱਤੇ ਕਾਲ ਦਾ ਅਸਰ ਵੀ ਨਹੀਂ ਪੈਂਦਾ, ਉਮਰ ਦਾ ਅਸਰ ਵੀ ਨਹੀਂ ਪੈਂਦਾ। ਉਮਰ ਇੱਕ ਨੰਬਰ ਰਹਿ ਜਾਂਦਾ ਸਾਰਾ, ਉਹ ਇਸ ਲੈਵਲ ਤੇ ਆ ਜਾਂਦੇ। ਇਹ ਬਾਬਾ ਅਮਰਦਾਸ ਸਾਹਿਬ ਸੀਗੇ। ਭਗਤ ਫਰੀਦ ਜੀ ਨੇ ਬੜੀ ਕਮਾਲ ਦੀ ਸਿੱਖਿਆ ਦਿੱਤੀ ਕਿ ਕਾਲਨੀ ਜਿਨੀ ਨਾ ਰਾਵੇ ਆ ਧੌਲੀ ਰਾਵੇ ਕੋਏ। ਜਦੋਂ ਦਾੜੀ ਕਾਲੀ, ਮੁੱਛਾਂ ਕਾਲੀਆਂ, ਸਿਰ ਦੇ ਵਾਲ ਕਾਲੇ, ਜਵਾਨੀ ਦਾ ਟਾਈਮ ਹੈ, ਜਦੋਂ ਬੰਦਾ ਆਪਣੇ ਨੈਣ ਪ੍ਰਾਣਾ ਕਰਕੇ ਪੂਰਾ ਆ। ਜੋਬਨ ਦੀ ਦਹਿਲੀਜ਼ ਤੇ 20-22 ਸਾਲ ਦੇ ਬੱਚੇ ਨੂੰ ਉਹਦਾ ਦਾਦਾ ਜਿਹੜਾ 60-65 ਸਾਲ ਦਾ, 70 ਸਾਲ ਦਾ ਆ, ਉਹ ਕਹਿੰਦਾ ਬੇਟਾ ਮੇਰੇ ਨਾ ਜਿਹੜੇ ਨੀਜ਼ ਬੜੀਆਂ ਹਰਟ ਕਰਦੀਆਂ ਨੇ, ਆਈ ਕੈਨ ਨੋਟ ਵਾਕ ਦੈਟ ਫਾਸਟ। 22 ਸਾਲ ਦਾ ਪੋਤਾ ਉਹਨੂੰ ਕਹੇਗਾ ਦਾਦਾ ਕਿਹੜੀਆਂ ਗੱਲਾਂ ਕਰਦਾ, ਦੱਸ ਹੌਲੀ ਹੌਲੀ ਤੁਰਦਾ, ਤੇਜ਼ ਤੁਰਿਆ ਕਰ। ਉਹ ਕਹਿੰਦਾ ਮੇਰੇ ਗੋਡੇ ਪੀੜ ਕਰਦੇ। ਉਹ ਕਹਿੰਦਾ ਹੱਦ ਹੋ ਗਈ, ਇਹ ਪਤਾ ਨਹੀਂ ਕੀ ਚੀਜ਼ ਆ, ਗੋਡੇ ਵੀ ਕਦੀ ਪੀੜ ਕਰਦੇ ਨੇ। ਉਹਨੂੰ ਕੀ ਪਤਾ, ਉਮਰ ਦੇ ਨਾਲ ਹੀ ਪਤਾ ਲੱਗੇਗਾ ਜਾ ਕੇ। ਉਹ ਸੇਜ ਜਾਏਗਾ ਫਿਰ ਪਤਾ ਲੱਗਾ ਹਾਂ ਭਾਈ ਤੇਜ਼ ਤੁਰਿਆਂ ਗੋਡੇ ਵੀ ਦੁਖਦੇ ਨੇ। ਜੇ ਹੁਣ ਇੱਕ 16-17 ਸਾਲ ਦਾ ਬੱਚਾ ਉਹ ਆਪਣੇ ਕਿਤੇ ਦਾਦੀ ਕੋਲ ਸੋਏ ਤੇ ਦਾਦੀ ਰਾਤ ਨੂੰ ਸਨੋਰਿੰਗ ਕਰੇ ਤੇ ਉਹ ਕਹੇ ਦਾਦੀ ਵਾਟ ਆਰ ਯੂ ਡੂਇੰਗ, ਕਿੱਦਾਂ ਸੌਣੀ ਹੈ, ਤੂੰ ਇੰਨਾ ਰੌਲਾ ਪਾਉਣੀ ਹੈ, ਘਰਾਟ ਚਲਾਉਣੀ ਹੈ, ਬੰਦ ਕਰ ਇਹ ਚੀਜ਼ ਨੂੰ। ਉਹ ਕਿ ਬੇਟਾ ਉਮਰ ਹੋ ਗਈ ਹੈ ਮੇਰੇ ਮੈਂ ਆਪ ਥੋੜ੍ਹਾ ਇਸ ਚੀਜ਼ ਨੂੰ ਕਰਦੀ ਹਾਂ ਤੇ ਆਪਣੇ ਆਪ ਹੱਦ ਹੋ ਗਈ ਦਾਦੀ। ਬੰਦਾ ਤਾਂ ਬੜਾ ਕੁਆਇਟਲੀ ਸੋ ਸਕਦਾ, ਭਈ ਤੈਨੂੰ ਕੀ ਪਤਾ, ਅਜੇ ਤੇਰੇ ਜਿਹੜਾ ਸਾਰੇ ਨੇਜ਼ਲ ਰੈਸਪੀਰੇਟਰੀ ਸਿਸਟਮ ਇਹ ਬਿਲਕੁਲ ਨਰੋਆ ਆ। ਜਦੋਂ ਤੂੰ ਏਜਡ ਹੋਏਗਾ ਫਿਰ ਪਤਾ ਲੱਗੇਗਾ ਐਕਚੁਅਲੀ ਇਹ ਚੀਜ਼ਾਂ। ਸੋ ਉਸ ਰੂਪ ਦੇ ਵਿੱਚ ਬੰਦੇ ਨੂੰ ਪਤਾ ਹੀ ਕੁਛ ਨਹੀਂ ਕਿ ਏਜ ਦਾ ਕੀ ਇੰਪੈਕਟ ਪੈਣਾ ਹੈ, ਏਜ ਦਾ ਕੀ ਪ੍ਰਭਾਵ ਪੈਣਾ ਹੈ। ਜਵਾਨੀ ਦੇ ਸਮੇਂ ਨੂੰ ਚੰਗੇ ਪਾਸੇ ਇਨਵੈਸਟ ਕਰੋ, ਚੰਗੀਆਂ ਕਿਤਾਬਾਂ ਪੜ੍ਹੋ, ਚੰਗੇ ਖਿਆਲ ਲੈ ਕੇ ਆਓ, ਚੰਗੀ ਸੰਗਤ ਕਰੋ। ਸਹੀ ਰੂਪ ਵਿੱਚ ਕਿਹਾ ਜਾਏ ਤੇ ਸ਼ਬਦ ਵਰਗੀ ਜਿਵੇਂ ਰਚਨਾ ਸਾਡੇ ਕੋਲ ਗੁਰੂ ਸ਼ਬਦ ਹੈ, ਇਹਨੂੰ ਪੜ੍ਹੋ। ਇਹੋ ਜਿਹੀ ਰਚਨਾ ਨਾਲ ਆਪਣੀ ਸੁਰਤ ਨੂੰ ਲਾਓ, ਆਪਣੀ ਜਿਹੜੀ ਇੰਟਲੈਕਟ ਐਬਿਲਿਟੀ ਹੈ ਉਹਨੂੰ ਬਾਣੀ 'ਚ ਇਨਵੈਸਟ ਕਰੋ ਤਾਂ ਕਿ ਜੀਵਨ ਜੁਗਤ ਬਦਲੇ। ਅੰਦਰ ਦੇ ਅੰਦਰ ਜਿਹੜੀਆਂ ਚੀਜ਼ਾਂ ਫਰਸਟ੍ਰੇਸ਼ਨ ਜਨਰੇਟ ਕਰਦੀਆਂ ਨੇ, ਐਂਗਰ ਜਨਰੇਟ ਕਰਦੀਆਂ ਨੇ, ਸੈਡਨੈਸ ਜਨਰੇਟ ਕਰਦੀਆਂ ਨੇ, ਉਹਨਾਂ ਚੀਜ਼ਾਂ ਨਾਲ ਕੋਪ ਕਰਨ ਦਾ ਇੱਕ ਗੁਰਮਤ ਦਾ ਜਾਵੀਆ ਸਹੀ ਤੁਹਾਨੂੰ ਸਮਝ ਆ ਸਕੇ, ਇਸ ਕਿਸਮ ਦੀਆਂ ਚੀਜ਼ਾਂ ਪ੍ਰਾਪਤ ਕਰੋ। ਪਰ ਬੰਦਾ ਜਵਾਨੀ ਦਾ ਸਮਾਂ ਉਹ ਕਹਿੰਦਾ ਨੋ ਦਿਸ ਇਜ਼ ਦਾ ਟਾਈਮ ਜਸਟ ਟੂ ਇੰਜੋਏ ਬੀਅਰਸ, ਸੌਰੀ ਟੂ ਸੇ, ਜਿਹੋ ਜਿਹੇ ਕੈਨੇਡੀਅਨ ਕਲਚਰ 'ਚ ਰਹਿੰਦੇ ਹਾਂ ਅਸੀਂ। ਦਿਸ ਇਜ਼ ਦਾ ਟਾਈਮ ਟੂ ਹੈਵ ਸਮ ਫਨ, ਵਾਚ ਐਡਵੈਂਚਰਸ ਥਿੰਗਸ, ਮੂਵੀਜ਼ ਐਂਡ ਆਲ ਦੀਸ ਥਿੰਗਸ ਐਂਡ ਹੋਰ ਬਹੁਤ ਕੁਛ ਇਸ ਕਿਸਮ ਦਾ। ਇਸ ਸਾਰੇ ਦੇ ਵਿੱਚ ਬੰਦਾ ਆਪਣਾ ਸਮਾਂ ਗੁਜ਼ਾਰ ਦਿੰਦਾ, ਫਿਰ ਉਮਰ ਦਾ ਇੰਪੈਕਟ ਪੈਂਦਾ। ਸਾਡੇ ਇੱਥੇ ਮੈਰਵਾਨਾ ਦਾ ਬੜਾ ਬੁਖਾਰ ਚੜ੍ਹਿਆ, ਬੜਾ ਚਾਰਜ ਫਿਰੇ ਹਰ ਕਾਰਨਰ 'ਤੇ। ਹੋਰ ਤਾਂ ਕੋਈ ਬਿਜ਼ਨਸ ਬੂਮ ਕਰੇ ਨਾ ਕਰੇ, ਤੁਹਾਨੂੰ ਉਹਨਾਂ ਦੀਆਂ ਸ਼ਾਪਸ ਦੀਆਂ ਐਡ ਤੁਹਾਨੂੰ ਜ਼ਰੂਰ ਮਿਲ ਜਾਣਗੀਆਂ ਚਾਰਜ ਫਿਰੇ। ਵੈਨ ਆਈ ਡਰਾਈਵ ਆਲ ਓਵਰ ਐਕਚੁਅਲੀ ਮਿਸੀਸਾਗਾ, ਬਰੈਂਪਟਨ, ਦਿਸ ਏਰੀਆ, ਆਈ ਕੈਨ ਸੀ ਕੋਈ ਕਾਰਨਰ ਬਚਿਆ ਜਿੱਥੇ ਸ਼ਾਇਦ ਕੋਈ ਉਹਨਾਂ ਦੀ ਕੋਈ ਐਡ ਨਾ ਲੱਗੀ ਹੋਏ। ਖੈਰ ਇਹ ਚੀਜ਼ਾਂ ਹੁੰਦੀਆਂ। ਮੈਂ ਰੀਸੈਂਟਲੀ ਇੱਕ CBC 'ਤੇ ਇੰਟਰਵਿਊ ਵਾਚ ਕਰ ਰਿਹਾ ਸੀਗਾ। ਇੱਕ ਬੰਦਾ ਜਿਹਨੂੰ ਇਹਦਾ ਐਡਿਕਸ਼ਨ ਡਿਵੈਲਪ ਹੋ ਗਿਆ, ਉਹ ਬੜੀ ਛੋਟੀ ਉਮਰ 'ਚ ਇਹਦੇ ਪਾਸੇ ਲੱਗ ਗਿਆ ਤੇ 35 ਸਾਲ ਦੀ ਏਜ 'ਚ ਆ ਤੇ ਹੁਣ ਉਹ ਬੜਾ ਹੈਲਥ ਵਾਈਜ਼ ਬੜਾ ਸਫਰ ਕਰ ਰਿਹਾ। ਇੱਕ ਕੋਈ ਸਿੰਗਰ ਆ ਮੇਨ ਸਟਰੀਮ ਦੇ ਵਿੱਚ, ਤੇ CBC ਦੀ ਇੰਟਰਵਿਊ ਕਰਨ ਵਾਲੀ ਲੇਡੀ ਉਹਨੂੰ ਪੁੱਛਦੀ ਹੈ ਕਿ ਯੂ ਹੈਵ ਯੂਰ ਕਿਡਸ ਨਾਓ, ਦੇ ਆਲਸੋ ਵਾਂਟ ਟੂ ਇੰਜੋਏ ਦੀਸ ਜੋਇੰਟਸ, ਕੈਨਾਬੀਸ, ਵਾਟਸ ਯੂਰ ਸਜੈਸ਼ਨ ਟੂਵਰਡ ਯੂਰ ਕਿਡਸ। ਉਹ ਕਹਿੰਦਾ ਮੈਂ ਉਹਨਾਂ ਨੂੰ ਇੱਕੋ ਸਿੰਪਲ ਗੱਲ ਕਹਿਣਾ ਕਿ ਜੇ ਤੁਸੀਂ ਇਫ ਯੂ ਆਰ ਰੈਡੀ ਟੂ ਫੇਸ these kind of health challenges in your early 30s or 35 age number of 35s, then go ahead, ਫਿਰ ਇਹ ਚੀਜ਼ਾਂ ਨੂੰ ਕਰੋ। ਮੈਂ ਫੇਸ ਕਰ ਰਿਹਾ, ਮੈਨੂੰ ਰੋਜ਼ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਖਾਸ ਕਿਸਮ ਦੇ ਕੁਝ ਗੋਲੀਆਂ ਖਾਣ ਤੋਂ ਬਿਨਾਂ। ਮੈਨੂੰ ਕੁਝ ਖਾਸ ਜਿਹੜਾ ਹੈਗਾ ਉਸ ਕਿਸਮ ਦੇ ਜਿਹੜੇ ਨੇ ਪੈਰਾਨੋਇਡਸ ਹੁੰਦੇ ਨੇ, ਮੈਂ ਸਕਿਜ਼ੋਫਰੈਨਿਕ, ਮੈਨੂੰ ਉਹੋ ਜਿਹੀਆਂ ਚੀਜ਼ਾਂ ਨੇ। ਜੇ ਤੁਸੀਂ ਰੈਡੀ ਹੋ ਇਸ ਕਰਨ ਵਾਸਤੇ, ਗੋ ਹੈਡ, ਮੈਨੂੰ ਕੋਈ ਮਾਈਂਡ ਨਹੀਂ ਹੈਗਾ। ਪਰ ਮੈਂ ਤੁਹਾਨੂੰ ਇਨਫੋਰਮ ਕਰ ਦੇਣਾ ਵੀ ਇਹਦਾ ਆਊਟਕਮ ਆ ਜੇ ਇਸ ਅਰਲੀ ਏਜ 'ਚ ਐਵੇਂ ਕਰੋਗੇ ਤੇ। ਸੋ ਇਹ ਚੀਜ਼ ਆ ਕਿ ਜੇ ਬੰਦੇ ਨੇ ਜਵਾਨੀ ਦਾ ਸਮਾਂ ਇਹੋ ਜਿਹੇ ਕੰਮਾਂ 'ਚ ਬਤੀਤ ਕਰ ਦਿੱਤਾ ਤੇ ਜਵਾਨੀ ਤੇ ਫਿਰ ਇਹ ਹੈ ਕਿ ਜਿਵੇਂ ਪ੍ਰੋਫੈਸਰ ਖਾਸ ਕਰਕੇ ਮੋਹਨ ਸਿੰਘ ਕਿਹਾ ਕਰਦੇ ਸੀ ਨਾ ਵੀ ਆਈ ਜਵਾਨੀ ਗਈ ਜਵਾਨੀ ਜਿਉਂ ਪਿੱਪਲ ਦੀ ਛਾਂ, ਜਿਵੇਂ ਹੈ ਵੀ ਇਹ ਮਤਲਬ ਨਾ ਇਹਦਾ ਆਉਂਦੀ ਦਾ ਪਤਾ ਲੱਗਣਾ ਨਾ ਜਾਂਦੀ ਦਾ ਪਤਾ ਲੱਗਣਾ, ਤੇ ਇਹ ਤਾਂ ਇੰਝ ਲੱਗ ਜਾਣੀ ਕਿ ਜਿਵੇਂ ਹਵਾ ਦਾ ਬੁੱਲਾ ਹੁੰਦਾ। ਸੋ ਇਹ ਰੂਪ ਹੋਇਆ ਬਾਬਾ ਫਰੀਦ ਜੀ ਦੇ ਇਹ ਬਚਨ ਵੀ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ, ਕਰ ਸਾਈਂ ਸੋ ਪਿਰਹੜੀ ਰੰਗ ਨਵੇਲਾ ਹੋਏ। ਓਏ ਇਸ ਸਮੇਂ 'ਚ ਸਾਈਂ ਨਾਲ ਪਿਰਹੜੀ ਕਰੀ। ਇੱਥੇ ਸਿਰਫ ਫਿਜ਼ੀਕਲ ਚੀਜ਼ਾਂ ਜਿਹੜੀਆਂ ਗਲਾਈਡ ਕਰਦੀਆਂ ਉਹਨਾਂ ਦੇ ਮਗਰ ਨਾ ਭੱਜੀ।
ਇੱਥੇ ਇਹ ਨਾ ਸੋਚੀ ਕਿ ਇੱਥੇ ਸਿਰਫ ਜਿਹੜਾ ਹੈਗਾ ਜਸਟ ਮਜਾਜੀ ਇਸ਼ਕ ਹੀ ਸਭ ਕੁਝ ਇਸ਼ਕ ਹੁੰਦਾ, ਇੱਥੇ ਹਕੀਕੀ ਇਸ਼ਕ ਵੀ ਹੁੰਦਾ, ਇੱਥੇ ਰੂਹਾਂ ਦੀ ਸਨੇਹਤਾ ਵੀ ਹੁੰਦੀ, ਇੱਥੇ ਉਸ ਪਰਵਰਦਗਾਰ ਨਾਲ ਵੀ ਸਾਂਝ ਪਾਈ ਜਾ ਸਕਦੀ ਜੋ ਬੰਦੀ ਇਸ ਦਹਲੀਜ਼ ਤੇ ਚੜ੍ਹਦਿਆਂ ਹੋਇਆਂ। ਖੈਰ ਬਾਬਾ ਫਰੀਦ ਜੀ ਦਾ ਬੜਾ ਕਮਾਲ ਦਾ ਮੈਸੇਜ। ਪਰ ਇਹਦੇ ਨਾਲ ਇੱਕ ਚੀਜ਼ ਹੋਰ, ਕਿਤੇ ਬੰਦਾ ਇਹ ਨਾ ਭੁਲੇਖਾ ਪਾ ਜਾਏ ਕਿ ਜੇ ਜਵਾਨੀ ਲੰਘ ਗਈ ਤੇ ਢਲਦੀ ਉਮਰ 'ਚ ਕੁਝ ਨਹੀਂ ਹੋ ਸਕਦਾ। ਇਹਦੇ ਉੱਤੇ ਗੁਰੂ ਅਮਰਦਾਸ ਸਾਹਿਬ ਨੇ ਫਿਰ ਸੁਨੇਹਾ ਪਾਇਆ, ਆਪਣੀ ਬਾਣੀ ਦਾ ਰਚਨਾ ਉਪਦੇਸ਼ ਦਿੱਤਾ। ਕਹਿਣ ਲੱਗੇ ਗੱਲ ਇਹ ਹੈ, ਬਾਬਾ ਫਰੀਦ ਜੀ ਬਿਲਕੁਲ ਸਹੀ ਕਹਿ ਰਹੇ, ਪਰ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ, ਕੋਈ ਕੱਲਾ ਇਹ ਪੜ੍ਹ ਕੇ ਨਾ ਛੱਡ ਦਿਆ ਜੇ, ਬਲਕਿ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਜੇ ਚਿੱਤ ਕਰਦਾ ਨਾ ਧੌਲੇ ਸਮੇਂ ਦੇ ਵਿੱਚ ਵੀ ਕਰਤਾਰ ਵਾਲੇ ਰਾਹ ਤੇ ਤੁਰਨਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਆਪਣੀ ਸੁਰਤ ਨੂੰ ਸਰਾਬੋਰ ਕਰਨਾ, ਪੋਸੀਬਿਲਿਟੀ ਹੈ। ਇਹਦੀ ਮਿਸਾਲ ਮੈਂ ਹਾਂ ਤੁਹਾਡੇ ਸਾਹਮਣੇ, ਗੁਰੂ ਅਮਰਦਾਸ ਸਾਹਿਬ। ਸੋ ਇਹ ਹੈ ਜਿਹਨੂੰ ਕਿਹਾ ਗੁਰਮੁਖ ਬੂਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਉਹਨਾਂ ਨੇ ਇਸ ਸੁਰਤ ਦੀ ਬਾਤ ਕਰਦਿਆਂ ਹੋਇਆ ਕਿਹਾ ਜਵਾਨੀ ਦੇ ਸਮੇਂ ਦੇ ਵਿੱਚ ਵੀ ਜਿਹੜੀ ਚੀਜ਼ ਮਿਸ ਕਰ ਗਿਆ, ਬੁਢੇਪੇ ਦੇ ਸਮੇਂ 'ਚ ਇਹਨੂੰ ਮਾਣ ਸਕਦਾ ਆ। ਇਹ ਜਿਹੜਾ ਬਚਨ ਮਹਾਰਾਜ ਨੇ ਬਿਆਨ ਕੀਤਾ, ਕਿਹਾ ਜਿਹੜੀ ਆਤਮਾ ਦੀ ਅਵਸਥਾ ਆ ਉਹ ਕਦੀ ਬੁੱਢੀ ਨਹੀਂ ਹੁੰਦੀ, ਉਹ ਇੱਕੋ ਜਿਹੀ ਹੈ, ਉਹ ਏਜ ਦੇ ਨੰਬਰ ਨਾਲ ਨਹੀਂ ਬਦਲਦੀ। ਇੱਥੇ ਬਾਬਾ ਜੀ ਦਾ ਬਚਨ ਇਹ ਹੈ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਬਾਲਾ ਮੀਨ ਜਿਹੜਾ ਜੋਬਨ ਦੀ ਦਹਲੀਜ਼ ਤੇ ਖੜਾ ਹੈ, ਜਿਹੜਾ ਹਰ ਵਕਤ ਜਿਹੜਾ ਹੈ ਬਾਲੜੀ ਉਮਰ ਦੇ ਵਿੱਚ, ਜਵਾਨੀ ਦੀ ਉਮਰ ਦੇ ਵਿੱਚ ਆ। ਸਦਾ ਆਨੰਦ ਰਹਿ ਸੁਖਦਾਤਾ ਗੁਰਮਤਿ ਸਹਿਜ ਸਮਾਵਣੇ ਆ। ਜਿਹੜੇ ਗੁਰੂ ਕੀ ਮਤ ਦੇ ਜ਼ਰੀਏ ਗ੍ਰੈਜੂਅਲੀ, ਸਹਿਜ ਦਾ ਮਤਲਬ ਇੱਥੇ ਹੈ ਇੱਕ ਨੈਚੁਰਲ ਪੇਸ ਦੇ ਉੱਤੇ ਆਪਣੇ ਜੀਵਨ ਦੇ ਅੰਦਰ ਸ਼ੁਭ ਗੁਣਾਂ ਵਾਲੇ ਪਾਸੇ ਮੂਵ ਕਰਦੇ ਨੇ, ਸਦਾ ਆਨੰਦ, ਉਹਨਾਂ ਦੇ ਜੀਵਨ ਵਿੱਚ ਸਦੀਵ ਕਾਲੀ ਖੁਸ਼ੀ ਹੁੰਦੀ ਹੈ। ਆਪ ਅਹਿਸਾਸ ਕਰੋ, ਜਦੋਂ ਅਸੀਂ ਕੋਈ ਵੀ ਕੰਮ ਕਰੀਏ, ਮੋਸਟਲੀ ਕੰਮ ਜਿਹੜੇ ਹੁੰਦੇ ਨੇ ਬੜੇ ਟਾਇਰਿੰਗ ਹੁੰਦੇ ਨੇ, ਬੜੇ ਸਾਨੂੰ ਟਾਇਰਡ ਕਰ ਦਿੰਦੇ ਨੇ, ਸਾਨੂੰ ਥਕਾ ਦਿੰਦੇ ਨੇ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਅਕਾ ਵੀ ਦਿੰਦੀਆਂ ਨੇ ਚੀਜ਼ਾਂ। ਪਰ ਜੇ ਬੰਦਾ ਆਪਣੇ ਜੀਵਨ ਦੀ ਉਸਾਰੀ ਵਾਸਤੇ ਕਿਸੇ ਬੜੇ ਕੰਸਟਰਕਟਿਵ ਕੰਮ ਵਿੱਚ ਲੱਗਾ ਆ, ਤੇ ਨੋ ਡਾਊਟ ਐਨਰਜੀ ਲੱਗੀ, ਸਭ ਚੀਜ਼ਾਂ ਲੱਗੀਆਂ, ਪਰ ਇੱਕ ਧਾਰਸ ਵੀ ਵੱਜਦੀ ਵੀ ਹਾਂ ਐਨਰਜੀ ਵੇਸਟ ਨਹੀਂ ਕੀਤੀ, ਸਮਾਂ ਵੇਸਟ ਨਹੀਂ ਕੀਤਾ। ਸਾਡੇ ਕੋਲ ਤੇ ਰੀਸੈਂਟਲੀ ਵੀ ਉਹ ਕਾਫੀ ਪਿਛਲੀ ਲੰਮੀ ਸਟੱਡੀ ਆਈ ਹੈ ਕਿ ਜਿਵੇਂ TV ਵਾਚ ਕਰਨਾ ਆ, ਜਿਵੇਂ ਕੋਈ ਐਂਟਰਟੇਨਮੈਂਟ ਦੇ ਵਿੱਚ ਪਾਰਟਿਸਿਪੇਟ ਕਰਨਾ ਆ, ਵਾਚ ਕਰਨ ਵਾਸਤੇ ਪੈਸਿਵ ਪਾਰਟਿਸਿਪੇਸ਼ਨ ਜਿਹੜੀ ਹੁੰਦੀ ਹੈ, ਇਹ ਬੰਦੇ ਨੂੰ ਖੁਸ਼ੀ ਦਿੰਦੀ ਹੈ। ਸਟੱਡੀਜ਼ ਇਹ ਦੱਸਦੀਆਂ ਨਾ, ਇਕੱਲੀ ਖੁਸ਼ੀ ਨਹੀਂ ਦਿੰਦੀ, ਇਹ ਬੰਦੇ ਦੇ ਅੰਦਰ ਇੱਕ ਗਿਲਟ ਵੀ ਜਨਰੇਟ ਕਰਦੀ ਹੈ। ਓ ਮਾਈ ਗੋਸ਼, 3 ਘੰਟੇ ਐਵੇਂ ਗਵਾਤੇ, ਦੱਸੋ। ਮੀਨ ਉਹਨੂੰ ਅਹਿਸਾਸ ਸੁਰ ਦੇ ਲੈਵਲ ਤੇ ਹੁੰਦਾ ਹੈ, ਮੇਰਾ ਇਹ ਸਮਾਂ ਸਹੀ ਜਗ੍ਹਾ ਤੇ ਕੰਸਟਰਕਟਿਵ ਲੈਵਲ ਤੇ ਕੰਟਰੀਬਿਊਟ ਨਹੀਂ ਹੋਇਆ। ਇੱਥੇ ਫਿਰ ਲੌਂਗ ਰਨ 'ਚ ਖੁਸ਼ੀ ਨਹੀਂ, ਗਾਵਾ ਹੁੰਦਾ। ਕਈ ਵਾਰੀ ਅਸੀਂ ਜਿਵੇਂ ਬੱਚੇ ਸਪੋਜ਼ ਕਰੋ ਕਿ ਗ੍ਰੇਡ 8, 9, 10 ਬੜਾ ਕ੍ਰੂਸ਼ੀਅਲ ਟਾਈਮ ਹੁੰਦਾ ਬੱਚਿਆਂ ਦਾ, ਇਹਦੇ 'ਚ ਅਸੀਂ ਉਹਨਾਂ ਦੇ ਨਾਲ ਥੋੜ੍ਹਾ ਪ੍ਰੋਗਰਾਮ ਨਹੀਂ ਬਣਾਉਂਦੇ, ਅਸੀਂ ਉਹਨਾਂ ਨੂੰ ਹੈਲਪ ਨਹੀਂ ਕਰਨ ਦੀ ਟਰਾਈ ਕਰਦੇ, ਅਸੀਂ ਉਹਨਾਂ ਨੂੰ ਥੋੜ੍ਹਾ ਉਸ ਲੈਵਲ 'ਤੇ ਓਬਜ਼ਰਵ ਨਹੀਂ ਕਰਦੇ, ਗਾਈਡ ਨਹੀਂ ਕਰਦੇ, ਅਤੇ ਕਈ ਵਾਰੀ ਉਹਨਾਂ ਦੀਆਂ ਚੋਇਸਿਸ ਠੀਕ ਨਹੀਂ ਹੁੰਦੀਆਂ। ਅਤੇ ਅਲਟੀਮੇਟਲੀ ਹੁੰਦਾ ਕਿ ਹੁਣ ਉਹਨਾਂ ਨੂੰ ਤੁਸੀਂ ਸੋਚਦੇ ਹੋ ਕਿ ਹੁਣ ਨਾ ਯੂਨੀਵਰਸਿਟੀ ਆਹ ਪ੍ਰੋਗਰਾਮ ਲੈ ਲਏ, ਆਹ ਲੈ ਲਏ, ਗ੍ਰੇਡ 8, 9, 10 ਤੱਕ ਬੇਸ ਹੀ ਨਹੀਂ ਬਣਿਆ, ਹੁਣ ਗ੍ਰੇਡ 11 ਜਾ ਕੇ ਇੱਕਦਮ ਕਿਵੇਂ ਉਹੋ ਜਿਹੇ ਸਬਜੈਕਟ ਪੜ੍ਹਨ ਲੱਗ ਜੇ, ਫਿਰ ਪਿਛਲਾ ਬੇਸ ਨਹੀਂ ਗਾ, ਉਹਦੇ ਕਰਕੇ ਚੀਜ਼ਾਂ ਵੀ ਸਮਝ ਨਹੀਂ ਆ ਰਹੀਆਂ, ਸਭ ਚੀਜ਼ਾਂ। ਅਸੀਂ ਉਹਨੂੰ ਇਹ ਕਹਿੰਦੇ ਹਾਂ, ਲੈ ਤੂੰ ਕਿਉਂ ਨਹੀਂ ਕਰ ਸਕਦਾ, ਕਰ ਸਕਦੇ ਸਾਰੇ ਕਰ ਰਹੇ, ਤੂੰ ਉਹ ਭਈ ਨਹੀਂ ਹੋ ਰਿਹਾ ਤਾਂ ਹੀ ਤੂੰ ਨਹੀਂ ਕਰ ਪਾ ਰਿਹਾ। ਹੁਣ ਉਹਦੇ ਅੰਦਰ 2 ਫੀਲਿੰਗਸ ਇਕੱਠੀਆਂ ਚੱਲ ਰਹੀਆਂ। ਇੱਕ ਫੀਲਿੰਗ ਇਹ ਚੱਲ ਰਹੀ ਕਿ ਮੈਨੂੰ ਕੋਈ ਅੰਡਰਸਟੈਂਡ ਨਹੀਂ ਕਰ ਰਿਹਾ, ਸੈਕਿੰਡ ਇਹ ਕਿ ਆਈ ਗॉट ਫੇਲੀਅਰ, ਰੀਜ਼ਨ ਗਿਲਟ, ਮੈਂ ਸਮਾਂ ਗਵਾ ਲਿਆ, ਮੈਂ ਟਾਈਮ ਗਵਾ ਲਿਆ। ਇਹ ਦੋਨੋਂ ਇਕੱਠੀ ਸਟਰਗਲ ਵਿੱਚੋਂ ਲੰਘਦਾ ਫਿਰ ਉਹ। ਅਤੇ ਇਹ ਇਕੱਲਾ ਉਸ ਨਹੀਂ, ਵੱਧਦੀ ਉਮਰ ਦੇ ਨਾਲ, ਜਿਹਨੂੰ ਅਸੀਂ ਖਾਸ ਕਰਕੇ ਕੈਨੇਡੀਅਨ ਜਾਂ ਅਮਰੀਕਨਾਈਜ਼ਡ ਕਲਚਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ, ਜਿਹਨੂੰ ਕਿਹਾ ਜਾਂਦਾ ਹੈ ਕਿ ਬੰਦੇ ਦੇ ਅੰਦਰ ਮਿਡ ਏਜ ਸਟ੍ਰੈਸ ਆਉਂਦੀ ਹੈ, ਸਟ੍ਰੈਸਰਸ ਆਉਂਦੇ ਨੇ। ਉਹਦੇ 'ਚ ਮੋਸਟਲੀ ਇਹੋ ਚੀਜ਼ਾਂ ਹੁੰਦੀਆਂ ਨੇ ਕਿ ਬੰਦੇ ਨੂੰ ਲੱਗਦਾ ਕਿ ਪਹਿਲਾ ਸਮਾਂ ਕਿਤੇ ਸਹੀ ਥਾਂ 'ਤੇ ਇਨਵੈਸਟ ਨਹੀਂ ਕੀਤਾ, ਉਹਦੇ ਪ੍ਰਤੀ ਇੱਕ ਰਿਗਰੈਟ, ਇਹ ਚੀਜ਼ਾਂ ਚੱਲਦੀਆਂ। ਇਹਦੇ ਵਿੱਚ ਜਿਹੜਾ ਬਚਿਆ ਆ ਉਹ ਵੀ ਚਲਾ ਜਾਂਦਾ, ਉਹ ਵੀ ਜਿਹੜਾ ਹੈਗਾ ਉਹ ਰਿਗਰੈਟ ਕਰਦਿਆਂ ਬਤੀਤ ਹੋ ਜਾਂਦਾ। ਕੁਝ ਨਾ ਚੰਗਾ ਕਰਕੇ ਬਤੀਤ ਹੋਈ, ਕੁਝ ਉਸ ਤੋਂ ਬਾਅਦ ਚੰਗਾ ਪਿੱਛੇ ਨਹੀਂ ਕਰ ਪਾਇਆ, ਇਹ ਸੋਚਦਿਆਂ ਬਤੀਤ ਹੋ ਗਈ, ਸਮਾਂ ਲੰਘ ਗਿਆ। ਸਾਹਿਬ ਮਹਾਰਾਜ ਇੱਥੇ ਬਿਆਨ ਕਰਦੇ, ਜਿਹੜਾ ਗੁਰੂ ਕੀ ਮੱਤ ਨਾਲ ਇੱਕ ਸਹਿਜ ਪੇਸ ਵਿੱਚ ਗ੍ਰੈਜੂਅਲੀ, ਓਵਰਨਾਈਟ ਕੁਝ ਵੀ ਨਹੀਂ ਬਦਲਦਾ, ਯਕਦਮ। ਜਿਹੜੀ ਕਰਾਮਾਤੀ ਕਿਸਮ ਦੀ ਗੱਲ ਹੈ ਨਾ, ਧਰਮ ਦੀ ਆਭਾ ਦੇ ਵਿੱਚ ਕਰਾਮਾਤੀ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਮਿਰਾਕਲਸ ਚੀਜ਼ਾਂ ਨੇ, ਉਹਨਾਂ 'ਤੇ ਬਹੁਤ ਐਮਫਸਾਈਜ਼ ਕੀਤਾ ਜਾਂਦਾ।
ਤੇ ਮਾਫੀ ਮੰਗਾਂਗਾ ਈਵਨ ਜੇ ਐਜ਼ ਅ ਸਟੋਰੀ ਟੈਲਰ, ਕਥਾ ਵਾਰਤਾ ਕਹਿੰਦਿਆਂ ਹੋਇਆਂ ਵੀ, ਜੇ ਇਸ ਚੀਜ਼ ਨੂੰ ਮੈਂ ਬਹੁਤ ਉਭਾਰਾਂਗਾ, ਮੈਨੂੰ ਪਤਾ ਆ ਆਡੀਅੰਸ ਲਾਈਕ ਕਰੇਗੀ ਇਸ ਚੀਜ਼ ਨੂੰ, ਪਰ ਗੁਰਮਤ ਨਹੀਂ ਹੋਏਗੀ। ਗੁਰਮਤ ਸਹਿਜ ਦਾ ਨਾਂ ਹੈ। ਜੇ ਚੀਜ਼ ਹੁੰਦੀ, ਗੁਰੂ ਸਾਹਿਬ ਕਦੀ 240 ਸਾਲ ਦਾ ਟਾਈਮ ਨਾ ਲਾਉਂਦੇ। ਸਮੁੱਚੀ ਬਾਣੀ ਦੀ ਆਮਦ 600 ਸਾਲ ਦੇ ਸਮੇਂ 'ਚ ਹੋਈ ਹੈ। ਜਿਹੜੀ ਇਹ ਚੀਜ਼ ਪੜ੍ਹਦੇ ਹਾਂ ਅਸੀਂ, ਫਰੀਦਾ ਜੋਤਾਂ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ, ਮਾਫ ਕਰਨ ਦੀ ਬਿਰਤੀ ਹੈ, ਫੋਰਗਿਵਨੈਸ। ਚਲੋ ਛੋਟਾ ਮੋਟਾ ਬੰਦਾ, ਮਾੜਾ ਮੋਟਾ ਬੰਦਾ ਜਿਹੜਾ ਕਿਸੇ ਲੈਵਲ ਤੇ ਕਿਸੇ ਨੂੰ ਫੋਰਗਿਵ ਕਰਨ ਦੀ ਗੱਲ ਕਰੇ, ਇਸ ਕਿਸਮ ਦੀਆਂ ਗੱਲਾਂ ਹੋਣ, ਪਰ ਕਮਿਊਨਿਟੀ ਲੈਵਲ ਤੇ ਇੱਕ ਚੀਜ਼ ਲੈ ਕੇ ਆਉਣੀ, ਕਮਿਊਨਿਟੀ ਨੂੰ ਉਸ ਲੈਵਲ ਤੇ ਬਿਲਡ ਕਰਨਾ, ਇਹ ਕੋਈ ਛੋਟੀ ਗੱਲ ਨਹੀਂ ਗਈ। ਬਾਬਾ ਫਰੀਦ 11ਵੀਂ ਸਦੀ 'ਚ ਹੁੰਦੇ ਨੇ ਤੇ ਅਸੀਂ 18ਵੀਂ ਸਦੀ 'ਚ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸਰੀਖੀ ਰੂਹ ਨੂੰ ਦੇਖਦੇ ਹਾਂ। ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ ਤੇ ਦੱਸਦੇ ਨੇ ਉਹਨੂੰ, ਔਰੰਗਜ਼ੇਬ ਚਿੱਠੀ ਜਦੋਂ ਜਾਂਦੀ ਉਹਦੇ ਕੋਲ, ਵੀ ਜੇ ਤੇਰੇ ਮਨ 'ਚ ਇਹ ਹੋਏਗਾ ਨਾ ਕਿ ਤੂੰ ਮੇਰੇ ਛੋਟੇ ਛੋਟੇ ਪੁੱਤਰਾਂ ਦਾ ਕਾਤਲ ਆ ਤੇ ਮੇਰੇ ਦਿਲ ਵਿੱਚ ਤੇਰੇ ਪ੍ਰਤੀ ਬਦਲੇ ਦਾ ਭਾਵ ਹੋਏਗਾ, ਇਹ ਨਹੀਂ ਹੈਗਾ। ਸੱਚ ਇਹ ਹੈ, ਅੱਜ ਵੀ ਤੌਬਾ ਕਰ, ਤੂੰ ਆਪਣੇ ਕੀਤੇ ਤੇ ਪਛਤਾਵਾ ਕਰ, ਅੱਜ ਵੀ ਮਾਨਵਤਾ ਦੇ ਭਲੇ ਵਾਸਤੇ ਤਿਆਰ ਹੋ ਜਾ। ਗੁਰੂ ਗੋਬਿੰਦ ਸਿੰਘ ਦੀ ਛਾਤੀ ਤੇਰੀ ਛਾਤੀ ਨਾਲ ਲੱਗ ਜਾਏਗੀ। ਉਹਦੇ ਪੁੱਤਰ ਬਹਾਦਰ ਸ਼ਾਹ ਦੇ ਨਾਲ ਗੁਰੂ ਸਾਹਿਬ ਹਮਰਕਾਬ ਹੋ ਕੇ ਤੁਰੇ, ਉਹਨੂੰ ਗੱਦੀ ਤੇ ਬਿਠਾਉਣ ਵਾਸਤੇ ਜਥਾ ਭੇਜਿਆ। ਇਹ ਐਕਚੁਅਲ ਲੈਵਲ ਤੇ ਇਹ ਜੇ ਕਿਹਾ ਜਾਏ ਇੱਕਦਮ ਨਾ, ਇਹਦੇ ਲਈ ਇੱਕ ਬੜਾ ਨੈਚੁਰਲ ਪੇਸ ਅਡਾਪਟ ਕੀਤਾ ਗਿਆ, ਉਸ ਲੈਵਲ ਤੇ ਲਿਆਂਦਾ ਗਿਆ। ਨਹੀਂ ਤਾਂ ਅਦਰਵਾਈਜ਼ ਐਸਾ ਹੋ ਸਕਣਾ ਸੀਗਾ। ਸਾਡਾ ਗੁਆਂਢੀ ਮੁਲਕ ਆ, ਇੰਨੀ ਇੱਥੇ ਤਾਲੀਮ ਦੀ ਗੱਲ ਹੁੰਦੀ ਹੈ, ਸਭ ਚੀਜ਼ਾਂ ਦੀ ਗੱਲ ਹੁੰਦੀ ਹੈ, ਤੇ ਜੇ ਕਿਹਾ ਜਾਂਦਾ ਹੈ ਕਿ ਅਫਗਾਨਿਸਤਾਨ ਦੇ ਵਿੱਚੋਂ ਇਹ ਬਰੰਗ ਮੁੜੇ ਨੇ, ਇਹਦਾ ਕਾਰਨ ਹੁਣ ਨਹੀਂ ਗਾ, ਇਹਦਾ ਕਾਰਨ ਪਿੱਛੇ ਹੈ। ਜਦੋਂ ਉੱਥੇ ਸਭ ਚੀਜ਼ਾਂ ਚੱਲ ਰਹੀਆਂ ਸੀਗੀਆਂ, ਤੁਹਾਨੂੰ ਸ਼ਾਇਦ ਦੇਖਿਆ ਹੋਏਗਾ, ਜਦੋਂ ਇਹਨਾਂ ਦੇ ਕੁਝ ਫੌਜੀ ਸ਼ੁਰੂਆਤ ਦੇ ਵਿੱਚ ਉੱਥੇ ਉਹਨਾਂ ਨੂੰ ਉਹ ਡੈਥ ਹੋਈ, ਤੇ ਉਸ ਤੋਂ ਬਾਅਦ ਡਿਊਰਿੰਗ ਦਾ ਵਾਰ ਉਹਨਾਂ ਦੀਆਂ ਇੱਥੇ ਜਦੋਂ ਬੋਡੀਜ਼ ਆਈਆਂ ਤੇ ਮੈਂ ਦੇਖਿਆ ਸੀਗਾ, ਉਹਨਾਂ ਦਾ ਜਹਾਜ਼ ਉਤਰਿਆ ਤੇ ਜਹਾਜ਼ ਅਜੇ ਲੈਂਡ ਕਰ ਰਿਹਾ। ਹਾਲਾਂਕਿ ਜਦੋਂ ਜਹਾਜ਼ ਅਜੇ ਟੈਕਸਿੰਗ ਹੋ ਰਹੀ ਹੈ, ਜਹਾਜ਼ ਨੂੰ ਉਸ ਲੈਵਲ ਤੇ ਮੂਵ ਕੀਤਾ ਜਾ ਰਿਹਾ, ਉਦੋਂ ਬੈਲਟਾਂ ਲਾ ਕੇ ਰੱਖਣੀਆਂ ਹੁੰਦੀਆਂ ਸਾਰਾ ਕੁਝ, ਪਰ ਉਹਦੇ ਵਿੱਚੋਂ ਉੱਪਰ ਇੱਕ ਜਿਹੜਾ ਹੈਗਾ ਕੈਬਿਨ ਓਪਨ ਕਰਕੇ ਇੱਕ ਸ਼ਖਸ ਵਿੱਚੋਂ ਨਿਕਲ ਕੇ ਉੱਤੇ ਅਮਰੀਕਨ ਫਲੈਗ ਲੈ ਕੇ ਬੈਠਦਾ ਤੇ ਫਿਰ ਉਹਨੂੰ ਮੂਵ ਕਰਦੇ। ਮਤਲਬ ਇੱਕ ਅਮਰੀਕਨ ਵਿਕਟਰੀ ਦੀ ਤਰ੍ਹਾਂ ਲਿਆ ਕੇ ਇਸ ਚੀਜ਼ ਨੂੰ। ਇਹਦੇ ਵਿੱਚ ਇੱਕ ਰਿਵੈਂਜ ਸੀਗਾ, ਇਹਦੇ 'ਚ ਇੱਕ ਕਿਸੇ ਨੂੰ ਮਤਲਬ ਸਬਕ ਸਿਖਾਉਣ ਵਾਲੀ ਗੱਲ, ਇਹ ਸਾਰੀਆਂ ਚੀਜ਼ਾਂ ਰਹੀਆਂ। ਇਸ ਸਾਰੇ ਦੇ ਨਾਲ ਜਿਹੜੀ ਬਿਟਰਨੈਸ ਸੀਗੀ ਉਹ ਦੋਨਾਂ ਪਾਸੇ ਵਧੀ। ਉਹਦਾ ਸਿੱਟਾ ਅੱਜ ਇਹ ਨਿਕਲਿਆ ਕਿ ਅੱਜ ਹਾਲਾਤ ਤੁਹਾਡੇ ਸਾਹਮਣੇ ਨੇ। ਜਿਹੜੀ ਹਿਊਮੈਨਿਟੀ ਉੱਥੇ ਮਤਲਬ ਇਹਨਾਂ ਸਭ ਚੀਜ਼ਾਂ ਨੂੰ ਫੇਸ ਕਰ ਰਹੀ ਹੈ, ਉਹਦੇ 'ਚ ਇਕੱਲੇ ਉਹ ਜ਼ਿੰਮੇਵਾਰ ਨਹੀਂ, ਇਹਨਾਂ ਦਾ ਬਿਹੇਵੀਅਰ ਵੀ ਜ਼ਿੰਮੇਵਾਰ ਆ ਉਹਦੇ 'ਚ। ਜੇ ਇਹਦੇ ਮੁਕਾਬਲਤਨ ਅਸੀਂ ਦੇਖੀਏ, ਜਿਹੜਾ ਸਿੱਖ ਰੈਵੋਲੂਸ਼ਨ ਦਾ ਕਨਸੈਪਟ ਅਸੀਂ ਦੇਖਦੇ ਹੈਗੇ ਆ, ਤੇ ਸਿੱਖ ਰਾਜ ਸਟੈਬਲਿਸ਼ ਹੁੰਦਾ ਹੈ, ਮੁਗਲਾਂ ਤੋਂ ਸਿੱਖ ਰਿਆਸਤ ਕਾਇਮ ਹੁੰਦੀ ਹੈ, ਦਰਬਾਰੇ ਖਾਲਸਾ ਜਿਹੜੀ ਨਿਜ਼ਾਮਤ ਚਲਾਉਂਦਾ, ਮੁਗਲਾਂ ਤੋਂ ਨਿਜ਼ਾਮਤ ਲੈਂਦਾ। ਤੇ ਜਿਸ ਵਕਤ ਦਰਬਾਰੇ ਖਾਲਸਾ ਫਿਰੰਗੀਆਂ ਦੇ ਨਾਲ ਜੰਗ ਲੜਦਾ ਹੈ, ਉਹਦੇ ਨਾਲ ਇਨਵੋਲਵਮੈਂਟ ਹੁੰਦੀ ਉਸ ਲੈਵਲ ਦੀ ਜੰਗੀ ਰੂਪ ਦੇ ਵਿੱਚ, ਤੇ ਉਹਦੇ ਉੱਤੇ ਜਿਹੜਾ ਬੰਦਾ ਸਭ ਤੋਂ ਵੱਧ ਕੀਰਨੇ ਪਾਉਂਦਾ ਉਹ ਇੱਕ ਮੁਸਲਮਾਨ ਹੈ, ਸ਼ਾਹ ਮੁਹੰਮਦ। ਉਹ ਰੋਂਦਾ ਜਦੋਂ ਜੰਗਨਾਮਾ ਲਿਖਦਾ, ਤੇ ਫਿਰ ਜਦੋਂ ਜੰਗਨਾਮੇ ਨੂੰ ਬਿਆਨ ਕਰਦਾ ਤਾਂ ਉਹਦੇ 'ਚੋਂ ਬਿਆਨ ਕਰਦਾ ਕਿ ਪੰਜਾਬ ਦੀ ਫਿਜ਼ਾਂ ਦੇ ਵਿੱਚ ਆਪਣੇ ਆਪ ਨੂੰ ਫਿਰੰਗੀ ਤੋਂ ਆਜ਼ਾਦ ਰੱਖਣ ਵਾਸਤੇ ਜਿਹੜਾ ਐਲੀਮੈਂਟ, ਜਿਹੜਾ ਖਾਸ ਕਰਕੇ ਪਾਤਰ ਰੋਲ ਅਦਾ ਕਰ ਰਿਹਾ ਹੈ, ਉਹ ਕੌਣ ਆ? ਉਹ ਕਹਿੰਦਾ ਮੰਗੇ ਖਾਂ ਤੇ ਮੇਵਾ ਸਿੰਘ ਹੋਏ ਸਿੱਧੇ, ਹੱਲੇ 3 ਫਿਰੰਗੀ ਦੇ ਮੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਭੂਆਂ ਲਹੂ ਨਿਚੋੜ ਸੁੱਟੇ। ਉੱਥੇ 2 ਕਰੈਕਟਰਾਂ ਦੀ ਗੱਲ ਕਰਦਾ। ਉਹ 2 ਕਰੈਕਟਰਸ ਕਿਹੜੇ ਨੇ? ਮੰਗੇ ਖਾਂ ਤੇ ਮੇਵਾ ਸਿੰਘ। ਮੰਗੇ ਖਾਂ ਮੁਸਲਮਾਨ ਹੈ, ਮੇਵਾ ਸਿੰਘ ਸਿੱਖ ਹੈ, ਇਕੱਠੇ ਹੋ ਗਏ ਨੇ ਦੋਨੋਂ। ਇਹ ਕੋਈ ਛੋਟੀ ਅਚੀਵਮੈਂਟ ਨਹੀਂ ਹੈ। ਇਹ ਕਮਿਊਨਿਟੀ ਜਿਹੜੀ ਬਿਟਰਨੈਸ ਦੇ ਚ ਜਾ ਰਹੀ ਸੀ, ਜਿੱਥੇ ਸਿੱਖ ਹੋਣ ਦਾ ਮਤਲਬ ਬਾਗੀ 80 ਰੁਪਏ ਮੁੱਲ ਰੱਖੋ, ਇਹਦਾ 50 ਰੁਪਏ ਮੁੱਲ ਰੱਖੋ, 40 ਰੁਪਏ ਮੁੱਲ ਰੱਖੋ। ਜਿਨ੍ਹਾਂ ਘਰਾਂ ਨੇ ਉਹਨਾਂ ਦੇ ਪੈਸੇ ਵਸੂਲੇ। ਜਦੋਂ ਸਿੱਖ ਰਜ਼ੀਮ ਪਾਵਰ 'ਚ ਆਇਆ, ਉਹਨਾਂ ਕਿਹਾ ਵੀ ਘਰ ਲੱਭੋ। ਕਿਹੜਾ ਘਰ ਸੀਗਾ? ਆ ਸੀਗਾ, ਨਿਕਲ ਬਾਹਰ, ਇਹਨੂੰ ਸਜ਼ਾ ਸੁਣਾਓ। ਹਾਂ, ਸਜ਼ਾਵਾਂ ਦਿੱਤੀਆਂ ਉਹਨਾਂ ਨੇ, ਉਹਨਾਂ ਨੂੰ ਦਿੱਤੀਆਂ
ਜਿਨ੍ਹਾਂ ਨੇ ਲਕੀਰਾਂ ਕ੍ਰਾਸ ਕੀਤੀਆਂ, ਜਿਵੇਂ ਲਖਪਤ ਸੀਗਾ, ਜਸਪਤ ਸੀਗਾ, ਤੇ ਸਜ਼ਾਵਾਂ ਉਵੇਂ ਨਾ ਦਿੱਤੀਆਂ। ਜਦੋਂ ਸਿੱਖ ਰਜੀਮ ਪਾਵਰ 'ਚ ਆ ਗਿਆ, ਵਕਤ ਨਾਲ ਦੀ ਨਾਲ ਉਹਨੂੰ ਐਲਾਨੀਆਂ ਕਿਹਾ ਵੀ ਕੋਈ ਗੱਲ ਨਹੀਂ, ਕਾਨੂੰ ਆਉਣ ਦੀ ਝੰਬ ਦੇ ਵਿੱਚ ਸਾਡੀ ਇਹ ਹਾਲਤ ਬਣੀ, ਅਸੀਂ ਛੋਟੇ ਘੱਲੂਘਾਰੇ 'ਚੋਂ ਲੰਘੇ, ਸਭ ਚੀਜ਼ਾਂ ਹੋਈਆਂ, ਪਰ ਚੇਤੇ ਰੱਖੀ ਜਿਹੜਾ ਹੈਗਾ ਲਖਪਤ, ਅਸੀਂ ਤੇਰੇ ਤੱਕ ਰਸਾਈ ਕਰਾਂਗੇ। ਤੇ ਰਸਾਈ ਕੀਤੀ, ਕੁੰਭੀ ਨਰਕ 'ਚ ਪਾਇਆ ਉਸਨੂੰ ਕਿਹਾ ਵੀ ਇਹ ਚੀਜ਼ ਹੈ, ਕਿਉਂਕਿ ਉਹ ਕਹਿੰਦਾ ਸੀ ਵੀ ਜਿਹੜੀ ਹੈ ਸਿੱਖ ਮਤ ਇੱਕ ਖੱਤਰੀ ਨੇ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਦੀ ਬਾਤ ਕਰਦਾ ਉਹ, ਤੇ ਮੈਂ ਵੀ ਇੱਕ ਖੱਤਰੀ ਹਾਂ, ਸੇਮ ਪਿੰਡਾਂ 'ਚ ਆਉਂਦਾ ਵਾਂ, ਕਿਉਂਕਿ ਉਹੀ ਜਿਹੜਾ ਮੰਡੀ ਚੂੜਖਾਨੇ ਦਾ ਇਲਾਕਾ ਉਹਦਾ ਸੀਗਾ, ਤੇ ਉਹਨੇ ਸ਼ੁਰੂਆਤ ਕੀਤੀ ਸੀ, ਮੈਂ ਖ਼ਤਮ ਕਰ ਦਿਆਂਗਾ। ਉਹਨੇ ਕਿਹਾ ਕੋਈ ਗੱਲ ਨਹੀਂ, ਵਕਤ ਆ, ਸਾਨੂੰ ਵਕਤ ਹੈ, ਸਾਨੂੰ ਜੰਗਲਾਂ 'ਚ ਰਹਿਣਾ ਪੈਂਦਾ। ਬਾਕੀ ਗੁਰੂ ਨਾਨਕ ਦਾ ਜਿਹੜਾ ਇਹ ਮਿਸ਼ਨ ਆ, ਗੁਰੂ ਨਾਨਕ ਦਾ ਜਿਹੜਾ ਵਿਜ਼ਨ ਆ, ਗੁਰੂ ਨਾਨਕ ਦੀ ਸੋਚ ਆ, ਇਹ ਤੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਤੂੰ ਕੌਣ ਨਾ ਖ਼ਤਮ ਕਰਨ ਵਾਲਾ। ਤੇ ਉਹ ਸੱਚ ਹੈ ਕਿ ਉਹਨੂੰ ਫਿਰ ਜਿਉਂਦੇ ਨੂੰ ਪਕੜਿਆ। ਖੈਰ, ਜਿਹੜੀ ਬੇਨਤੀ ਕਰ ਰਹਾ ਉਹਦੇ 'ਤੇ ਐਮਫਸਾਈਜ਼ ਕਰ ਰਿਹਾ ਸੀਗਾ ਕਿ ਸਮਾਜਾਂ ਦੇ ਵਿੱਚ ਜਿਹੜੀ ਉਹਨਾਂ ਦੀ ਅਪਲਿਫਟਿੰਗ ਆ, ਜਾਂ ਇੰਡੀਵਿਜੂਅਲ ਦੀ ਅਪਲਿਫਟਿੰਗ ਆ, ਪਰਿਵਾਰਾਂ ਦੀ ਅਪਲਿਫਟਿੰਗ ਆ, ਓਵਰਨਾਈਟ ਨਹੀਂ ਹੁੰਦੀ, ਸਹਿਜ ਦਾ ਰਾਹ ਆ। ਇਹ ਕੋਈ ਮਿਰਾਕਲਸ ਇੱਕਦਮ ਚੀਜ਼ ਨਹੀਂ ਵਾਪਰਦੀ, ਹੌਲੀ ਹੌਲੀ ਕਰਕੇ, ਡੇ ਬਾਈ ਡੇ। ਜਿਵੇਂ ਫਿਜ਼ੀਕਲ ਗਰੋਥ ਆ, ਇੱਕਦਮ ਥੋੜ੍ਹਾ ਹੋ ਜਾਂਦੀ ਹੈ। ਜੇ ਅਸੀਂ ਅੱਜ ਕੱਲ੍ਹ ਵੇਖਦੇ ਹਾਂ ਕੁਝ ਹਾਰਮੋਨਸ ਬੂਸਟ ਕਰਨ ਵਾਸਤੇ ਇਹੋ ਜਿਹਾ ਫੂਡ ਆ ਰਿਹਾ ਆ, ਜਾਂ ਕਿਸੇ ਕਿਸਮ ਦੇ ਨਾਲ ਐਥਲੈਟਿਕਸ ਐਕਟੀਵਿਟੀਜ਼ ਦੇ ਵਿੱਚ ਲੋਕਾਂ ਨੂੰ ਅੱਗੇ ਲਿਜਾਣ ਵਾਸਤੇ ਉਹ ਉਸ ਕਿਸਮ ਦੀ ਖੁਰਾਕ ਲੈ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਜਿਹੜਾ ਹੈਗਾ ਸਟੀਰੋਇਡਸ ਵਗੈਰਾ ਦੇ ਦਿੱਤੇ ਜਾਂਦੇ ਨੇ। ਇਟਸ ਨਾਟ ਗੁੱਡ। ਸਹਿਜ ਦਾ ਰਾਹ ਹੈ, ਹੌਲੀ ਹੌਲੀ ਨੈਚੁਰਲ ਵੇ ਨਾਲ ਮਸਲਸ ਬਣਨ ਦਿਓ, ਨੈਚੁਰਲ ਵੇ ਨਾਲ ਫਿਜ਼ੀਕਲ ਐਬਿਲਿਟੀ ਬਣਾਓ, ਇਹਦੇ ਉੱਤੇ ਫੋਕਸ ਕਰੋ। ਇਨ ਬਿਨ ਜਿਹੜੀ ਆਤਮਿਕ ਬੰਦੇ ਦੀ ਤਰੱਕੀ ਹੈ ਉਹ ਵੀ ਇਸੇ ਤਰ੍ਹਾਂ ਹੁੰਦੀ ਹੈ। ਇੱਥੇ ਗੁਰੂ ਮਹਾਰਾਜ ਨੇ ਬਿਆਨ ਕੀਤਾ, ਭਾਈ ਸਦਾ ਆਨੰਦ ਰਹੇ ਸੁਖਦਾਤਾ ਗੁਰਮਤਿ ਸਹਿਜ ਸਮਾਵਣਿਆ। ਜਿਹੜੇ ਗੁਰੂ ਕੀ ਮੱਤ ਦੇ ਸਹਿਜ ਵਾਲੇ ਰਾਹ ਨੂੰ ਅਡਾਪਟ ਕਰਦੇ, ਫਿਰ ਉਹ ਸਦੀਵ ਕਾਲੀ ਆਨੰਦ ਅਵਸਥਾ ਵਾਲੇ ਪਾਸੇ ਵੱਧਦੇ। ਅਗਲਾ ਬਚਨ ਹੈ, ਕਾਇਆ ਅੰਦਰ ਹਉਮੈ ਮੇਰਾ। ਜਿਹੜੀ ਆ ਕਾਇਆ ਆ, ਇਹਦੀ ਹੋਂਦ ਹੀ ਤਾਂ ਆ ਕਿਉਂਕਿ ਇਹ ਮੈਂ ਦੀ ਰਟਨ ਲਗਾਉਂਦੀ ਹਰ ਵਕਤ। ਇਹ ਕਹਿੰਦੀ ਮੈਂ ਹਾਂ ਤੇ ਬਸ ਮੈਂ ਹਾਂ, ਇਹ ਰੂਪ ਇਹਦੇ 'ਚ ਰਹਿੰਦਾ, ਇਹਦਾ ਸਿਮਰਨ ਚੱਲਦਾ ਸਾਡੇ ਅੰਦਰ। ਜੇ ਕਿਹਾ ਜਾਏ ਕਿ ਮੈਂ ਦਾ ਰਟਨ ਖਤਮ ਹੋ ਜਾਏ ਤੇ ਫਿਰ ਮੈਂ ਤੂੰ ਦੇ ਤਸੱਵਰ ਵਿੱਚ ਆ ਜਾਵਾਂਗਾ ਤੇ ਬਚ ਜਾਵਾਂਗਾ, ਤੇ ਬੰਦਾ ਕਹਿੰਦਾ ਨਹੀਂ, ਕਿਸੇ ਬਾਰੇ ਤੇ ਸੋਚਦਾ ਰਵਾਂਗਾ ਤੇ ਆਪਣੇ ਬਾਰੇ ਨਾ ਸੋਚਾਂਗਾ ਤੇ ਖਤਮ ਹੋ ਜਾਏਗਾ ਕੰਮ। ਗੁਰਮਤਿ ਕਹਿੰਦੀ ਕਰਤਾਰ ਬਾਰੇ ਸੋਚ, ਉਹਨਾਂ ਅਸੂਲਾਂ ਤੇ ਪਹਿਰਾ ਦੇ ਜਿਹੜੇ ਤੇਰੇ ਵੀ ਭਲੇ 'ਚ ਨੇ, ਸਭ ਦੇ ਭਲੇ ਵਾਸਤੇ ਨੇ। ਉਸ ਕਿਸਮ ਦੇ ਐਥਿਕਸ ਦੇ ਲੈਵਲ ਤੇ ਆਪਣੇ ਆਪ ਨੂੰ ਅਵੇਅਰ ਕਰ। ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਜਿਹੜੀ ਅਲਾਮਤ ਬੰਦੇ ਨੂੰ ਤਾਂ ਸਮਝ ਲੱਗੇ ਜੇ ਪਹਿਲਾਂ ਰੋਗ ਦੀ ਸਮਝ ਲੱਗੇ। ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਨਾ ਚੁੱਕੈ ਫੇਰਾ। ਜੰਮਣ ਮਰਨ ਸਾਡੇ ਅੰਦਰ ਵਾਸ਼ਨਾਵਾਂ ਵੱਧਦੀਆਂ ਤੇ ਤਿਆਰੀ ਕਰਾਉਂਦੀਆਂ ਕਿ ਜੇ ਇਸ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਜੀਵਨ ਹੈ ਇਹਦੇ 'ਚ ਚੀਜ਼ਾਂ ਸੋਰਟ ਆਊਟ ਨਾ ਹੋਈਆਂ, ਅਸੀਂ ਚੀਜ਼ਾਂ ਅਨਫੋਲਡ ਨਾ ਕਰ ਪਏ ਪ੍ਰੋਪਰਲੀ, ਦੈਨ ਵਿਲ ਡੂ ਇਨ ਨੈਕਸਟ ਲਾਈਫ। ਇੱਥੋਂ ਫਿਰ ਬੰਦੇ ਦਾ ਜੰਮਣ ਮਰਨ, ਰੀਇਨਕਾਰਨੇਸ਼ਨ ਦਾ ਕਨਸੈਪਟ ਅੱਗੇ ਚੱਲਦਾ, ਉਹਦੀ ਗੱਲ ਹੋ ਰਹੀ ਹੈ। ਗੁਰਮੁਖ ਹੋਵੇ ਸੁਹੌਮੈ ਮਾਰੈ, ਸੱਚੋ ਸੱਚ ਧਿਆਵਣਿਆ। ਕੋਈ ਗੁਰੂ ਵੱਲ ਮੂੰਹ ਕਰੇ, ਫਿਰ ਆਪਣੀ ਅਸਲ ਬਿਮਾਰੀ, ਅਸਲ ਚੀਜ਼ ਤੇ ਕੰਮ ਕਰੇ, ਹਉਮੈ ਨੂੰ ਮਾਰੇ। ਅਜੇ ਤੇ ਦਿਸ ਰਿਹਾ ਕਿ ਨਹੀਂ, ਅਸਲ ਵਿੱਚ ਮੇਰੇ ਲਈ ਟਰਬਲ ਮੇਰੇ ਗੁਆਂਢੀ ਨੇ, ਮੇਰੇ ਲਈ ਟਰਬਲ ਮੇਰੇ ਕੁਝ ਫੈਮਿਲੀ ਮੈਂਬਰ, ਐਕਸਟੈਂਡਡ ਫੈਮਿਲੀ ਮੈਂਬਰਸ ਨੇ, ਮੇਰੇ ਲਈ ਟਰਬਲ ਕੋਈ ਆਊਟਰ ਸਾਈਡ ਕਮਿਊਨਿਟੀ ਦੇ ਲੋਕ ਉਹ ਨੇ, ਮੈਂ ਉਹਨਾਂ ਨੂੰ ਸੋਧ ਲਵਾਂ। ਬਾਬਾ ਜੀ ਕਹਿੰਦੇ ਆਪਣੇ ਆਪ ਨੂੰ ਕਿਉਂ ਨਹੀਂ ਸੋਧਦਾ? ਸੱਚੋ ਸੱਚ ਕਮਾਵਣੇ ਆ, ਆਪਣੇ ਹੰਕਾਰ ਤੇ ਆਪਣੀ ਈਗੋ ਤੇ ਕੰਮ ਕਰ। ਮਾਫੀ ਮੰਗਾਂਗਾ, ਹਉਮੈ ਦੇ ਕਈ ਪਰਿਪੇਖ ਨੇ। ਇੱਕ ਪਰਿਪੇਖ ਹੈ ਰਿਜੈਕਸ਼ਨ। ਮੈਂ ਬਹੁਤ ਸਾਰੇ ਕੰਮ ਇਸੇ ਕਰਕੇ ਕਰਦਾ ਵਾਂ ਕਿਉਂਕਿ ਲੋਕ ਕੀ ਕਹਿਣਗੇ, ਇਹ ਚੀਜ਼ ਹਉਮੈ ਹੈ। ਮੇਰੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਸੰਸਾਰ ਦੇ ਤੌਰ 'ਤੇ ਮੈਨੂੰ ਕਰਨੀਆਂ ਪੈ ਰਹੀਆਂ, ਰੀਜ਼ਨ ਇਹ ਹੈ ਕਿਉਂਕਿ ਮੈਂ ਰਿਜੈਕਸ਼ਨ ਐਕਸੈਪਟ ਨਹੀਂ ਕਰ ਸਕਦਾ, ਮੇਰੀ ਹਉਮੈ ਹਰਟ ਹੁੰਦੀ ਹੈ। ਆਹ ਚੀਜ਼ ਜਿਹੜੀ ਐਨਰਜੀ ਐਵੇਂ ਵੇਸਟ, ਤੇ ਇਹਦੇ 'ਚ ਫਿਰ ਪਛਤਾਵੇ ਆਉਂਦੇ। ਗੁਰੂ ਬਾਬਾ ਜੀ ਬਿਆਨ ਕਰਦੇ, ਉਹ ਜਗਤ ਦੇ ਜੀਵਨ ਨੂੰ ਮਨ ਵਿੱਚ ਵਸਾ, ਤਾਂ ਜਾ ਕੇ ਸੱਚ 'ਤੇ ਧਿਆਨ ਟਿਕੇਗਾ ਤੇਰਾ। ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾ। ਅਗਲਾ ਬਚਨ ਲੈ ਲਈਏ, ਕਾਇਆ ਅੰਦਰ ਪਾਪ ਪੁੰਨ ਦੋਏ ਭਾਈ। ਪਾਪ ਪੁੰਨ ਦੋਏ ਭਾਈ। ਸ਼ਾਇਦ ਅਸੀਂ ਉਸ ਲੈਵਲ 'ਤੇ ਮੈਚਿਓਰ ਹੋ ਸਕੀਏ, ਐਜ਼ ਆਈ ਅੰਡਰਸਟੈਂਡ। ਮਾਫੀ ਮੰਗਾਂਗਾ ਮੈਂ। ਸਾਡੀ ਬੜੀ ਸੁਪਰਫਿਸ਼ੀਅਲ ਜਿਹੀ ਅੰਡਰਸਟੈਂਡਿੰਗ ਹੈ ਹਰ ਚੀਜ਼ ਬਾਰੇ। ਮੈਨੂੰ ਤਾਂ ਵਰਿਆਂ ਦੇ ਵਰੇ ਹੋ ਗਏ ਇਸ ਮੁਲਕ 'ਚ ਰਹਿੰਦਿਆਂ।
ਅਜੇ ਤੱਕ ਮੈਂ ਇਹੋ ਜਿਹੀਆਂ ਕਾਲਸ ਰਿਸੀਵ ਕਰਦਾ, ਹੁਣ ਤਾਂ ਥੋੜ੍ਹੀਆਂ ਘਟੀਆਂ ਨੇ, ਪਹਿਲਾਂ ਕਾਫੀ ਹੁੰਦੀਆਂ ਸੀਗੀਆਂ, ਜਿਸ 'ਚ ਕਈ ਵਾਰੀ ਲੋਕਾਂ ਨੇ ਪੁੱਛਣਾ, ਭਾਈ ਸਾਹਿਬ ਜੀ ਘਰ ਦੇ ਵਿੱਚ ਨਾ ਚੂਹੇ ਬੜੇ ਹੋ ਗਏ ਨੇ, ਸੋ ਦਵਾਈ ਪਾਈਏ ਕਿ ਨਾ ਪਾਈਏ। ਮੈਂ ਕਿਹਾ ਭਾਈ ਚੂਹੇ ਹੋ ਗਏ ਨੇ, ਮੈਨੂੰ ਕਾਲ ਨਾ ਕਰੋ, ਕਿਸੇ ਪੈਸਟ ਕੰਟਰੋਲ ਵਾਲੇ ਨੂੰ ਕਾਲ ਕਰੋ। ਆਈ ਡੋਂਟ ਡੂ ਦਿਸ ਬਿਜ਼ਨਸ ਐਟ ਆਲ। ਉਹਨੇ ਨਹੀਂ ਭਾਈ ਸਾਹਿਬ ਕਰਾਂਗੇ ਤੇ ਪੈਸਟ ਕੰਟਰੋਲ ਵਾਲੇ ਨੂੰ ਤੁਹਾਨੂੰ ਪੁੱਛ ਰਹੇ ਹਾਂ ਵੀ ਜੇ ਚੂਹਿਆਂ ਨੂੰ ਦਵਾਈ ਪਾਤੀ ਤੇ ਪਾਪ ਤੇ ਨਹੀਂ ਲੱਗੇਗਾ? ਭਈ ਪਾਪ ਤੇ ਲੱਗੇਗਾ। ਆਈਦਰ ਚੂਹਿਆਂ ਦਾ ਪਾਪ ਲੈ ਲਓ, ਨਹੀਂ ਤੇ ਘਰ ਦੇ ਬੱਚੇ ਸਾਰੇ ਬਿਮਾਰ ਹੋਣਗੇ, ਉਹ ਖਤਮ ਹੋ ਜਾਣਗੇ। ਇੱਕ ਪਾਪ ਤੇ ਲੈਣਾ ਪਏਗਾ। ਕਾਕਰੋਚ ਬਹੁਤ ਹੋ ਗਏ ਨੇ। ਵੀ ਪਾਪ ਪੁੰਨ ਦੀ ਪਰਿਭਾਸ਼ਾ ਦੇਖੋ ਕੀ ਹੈ ਭਾਈ ਸਾਹਿਬ। ਕੀੜੀਆਂ ਬਹੁਤ ਹੋ ਗਈਆਂ ਨੇ, ਚਿੱਤ ਨਹੀਂ ਕਰਦਾ ਦਵਾਈ ਪਾਉਣ ਨੂੰ। ਤੁਸੀਂ ਦੱਸੋ ਕੀ ਕੀਤਾ ਜਾਏ? ਭਾਈ ਗੱਲ ਇਹ ਹੈ, ਜਿਨ੍ਹਾਂ ਨੂੰ ਕੀੜੀਆਂ ਦੇ ਮਰਨ ਦਾ ਬੜਾ ਡਰ ਲੱਗਦਾ, ਬੜਾ ਭੈ ਆਉਂਦਾ, ਜਿਨ੍ਹਾਂ ਨੂੰ ਚੂਹਿਆਂ ਦੇ ਮਰਨ ਦਾ ਬੜਾ ਭੈ ਆਉਂਦਾ, ਬੜਾ ਡਰ ਆਉਂਦਾ, ਮਾਫੀ ਮੰਗਾਂਗਾ ਮੈਂ ਕਹਿੰਦਾ ਜਦੋਂ ਬੰਦਾ ਮਾਰ ਦਿੰਦੇ ਹੋ ਭਾਈ ਸਾਹਿਬ, ਬੰਦਾ ਮਾਰ ਦਿੰਦੇ, ਹਾਂ, ਜਦੋਂ ਕਿਸੇ ਦੇ ਜਜ਼ਬਾਤਾਂ ਨਾਲ ਖੇਡਦੇ ਹੋ, ਬੇਵਫਾਈ ਕਰਦੇ ਹੋ ਘਰਾਂ ਦੇ ਵਿੱਚ, ਇਹ ਰੋਜ਼ ਹੁੰਦੇ ਆ ਸਮਾਜ ਦੇ ਵਿੱਚ। ਇਹਦੇ ਬਾਬਤ ਵੀ ਸੋਚ ਕੇ ਦੇਖੋ ਨਾ ਤੁਸੀਂ। ਬੰਦਾ ਅਹਿਸਾਸ ਕਰੇ ਤੇ ਸਹੀ ਉਸ ਰੂਪ ਵਿੱਚ। ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਆ, ਮੈਂ ਨਾ ਮਾਫੀ ਚਾਹਾਂਗਾ, ਆਮ ਟੋਟਲੀ ਜਿਹੜਾ ਹੈਗਾ ਜਨਮਜਾਤ ਆਲਮੋਸਟ ਕਹਿ ਲਓ ਕਿ ਵੈਜੀਟੇਰੀਅਨ ਹੈ, ਅਤੇ ਜਿੱਦਾਂ ਮੈਂ ਬਹੁਤ ਸਾਰਾ ਜਿਹੜਾ ਆ ਇਸ ਵਕਤ ਇੱਕ ਰਿਜ਼ਲਟ ਵੀ ਭੁਗਤ ਰਿਹਾ ਹਾਂ। ਮੈਨੂੰ B12 ਦੀ ਡਿਫੀਸ਼ੀਐਂਸੀ ਹੈਗੀ, ਮੈਨੂੰ ਆਇਰਨ ਦੀ ਵੀ ਡਿਫੀਸ਼ੀਐਂਸੀ ਹੈਗੀ ਹੈ, ਮੇਰੇ ਅੰਦਰ ਹੋਮੋਗਲੋਬਿਨ ਵੀ ਘਟ ਰਿਹਾ, ਸਾਰਾ ਕੁਝ ਉਸ ਰੂਪ ਦੇ, ਕਿਉਂਕਿ ਖੁਰਾਕ 'ਤੇ ਬਹੁਤਾ ਧਿਆਨ ਨਹੀਂ ਦਿੱਤਾ, ਸਮਾਂ ਪੜ੍ਹਦਿਆਂ ਪੜ੍ਹਾਉਂਦਿਆਂ ਬਤੀਤ ਕਰ ਦਿੱਤਾ। ਪਰ ਇਹ ਹੈ ਕਿ ਸਪੋਜ਼ ਜੇ ਕੋਈ ਪਤਾ ਲੱਗੇ ਕਿ ਫਲਾਣਾ ਬੰਦਾ ਨਾ ਮੀਟ ਈਟਰ ਆ, ਅਸੀਂ ਬੜੀ ਨਫ਼ਰਤ ਕਰਦੇ, ਨੋ, ਇਹ ਮਾਸ ਖਾਣਾ ਬੰਦਾ ਆ, ਇਹ ਨਹੀਂ ਹੈਗਾ। ਠੀਕ ਹੈ ਜੀ, ਬਾਣੀ ਨੂੰ ਪੜ੍ਹ ਲੈਂਦੇ ਹਾਂ। ਬਾਣੀ ਕਹਿੰਦੀ ਝੂਠ ਬੋਲ ਮੁਰਦਾਰ ਖਾਏ। ਅੱਛਾ, ਜਿੰਨੀ ਨਫ਼ਰਤ ਤੂੰ ਇਹ ਤੋਂ ਕਰ ਰਿਹਾ ਕਿਉਂਕਿ ਇਹਦੀ ਖੁਰਾਕ ਤੇਰੇ ਵਰਗੀ ਨਹੀਂ, ਖੁਰਾਕ ਵੱਖਰੀ ਹੈ, ਇੰਨੀ ਨਫ਼ਰਤ ਜਿਹੜਾ ਬੰਦਾ ਝੂਠ ਬੋਲਦਾ ਉਹ ਤੋਂ ਵੀ ਕਰਦਾ, ਤੇ ਪਹਿਲੇ ਨੰਬਰ 'ਤੇ ਆਪਣੇ ਆਪ ਤੋਂ ਕਰਨੀ ਪਏਗੀ। ਪੈਰ ਤੇ ਝੂਠ ਬੋਲਦੇ ਆ। ਇਹਨਾਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਏ। ਧਰਮ ਦਾ ਮਾਇਨਾ ਕਿਸੇ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਦਾ ਨਹੀਂ ਹੈਗਾ। ਸਹੀ ਲੈਵਲ 'ਤੇ ਆਓ, ਸਹੀ ਤਰੀਕੇ ਨਾਲ ਸੋਚੋ। ਜੇ ਪਾਪ ਪੁੰਨ ਦੋਏ ਭਈ ਕਹਾਵਤ, ਇਹ ਤੇ ਆਪੋ ਆਪਣੀ ਡੈਫੀਨੇਸ਼ਨ ਆ, ਇੱਕ ਦੀ ਪਰਿਭਾਸ਼ਾ ਇਹ ਆ। ਜੇ ਆਪਾਂ ਧਰਮਾਂ ਦੀ ਦੁਨੀਆ 'ਚ ਆ ਜਾਈਏ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਇੱਥੇ, ਕਿਉਂਕਿ ਹੁਣ ਅਸੀਂ ਅੱਜ ਕੱਲ੍ਹ ਇੰਟਰਫੇਥ 'ਚ ਵੀ ਕਈ ਵਾਰੀ ਇਨਵੋਲਵ ਹੋ ਜਾਂਦੇ ਹਾਂ। ਮੈਂ ਪ੍ਰਿਜ਼ਨ ਵਿੱਚ ਜਾਣਾ ਲੰਬੇ ਸਮੇਂ ਤੋਂ, ਤਾਂ ਉੱਥੇ ਸਾਡੇ ਕੋਲ ਸਾਰੇ ਬਲੀਵਰਸ, ਸਾਰੇ ਤਰ੍ਹਾਂ ਦੇ ਬਲੀਵ ਕਰਨ ਵਾਲੇ ਲੋਕ ਹੁੰਦੇ, ਇਮਾਮ ਵੀ ਆਉਂਦੇ ਸਾਡੇ ਕੋਲ ਉੱਥੇ ਕ੍ਰਿਸਚਨ ਚੈਪਲਨਸ ਵੀ ਹੁੰਦੇ ਨੇ, ਉੱਥੇ ਜਿਹੜੇ ਜੂਡਿਜ਼ਮ ਦੇ ਵਿੱਚੋਂ ਉਹਨਾਂ ਦੇ ਰਬਾਈਜ਼ ਵੀ ਹੁੰਦੇ ਨੇ, ਬੁੱਧਿਸਟ ਦੇ ਇਹਨਾਂ ਦੇ ਮੌਂਕ ਵੀ ਹੁੰਦੇ ਆ। ਉਹ ਐਕਚੁਅਲੀ ਉਸ ਕਿਸਮ ਦਾ ਸਾਰੀ ਸੈਟਿੰਗ ਹੁੰਦੀ। ਉੱਥੇ ਗੱਲਾਂ ਵੀ ਬੜੀਆਂ ਓਪਨਲੀ ਹੁੰਦੀਆਂ। ਉੱਥੇ ਅਕਸਰ ਗੱਲ ਹੁੰਦੀ ਵੀ ਭਾਈ ਹਲਾਲ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਤੇ ਮੈਨੂੰ ਇੱਕ ਵਾਰੀ ਪੁੱਛਣਗੇ, ਵਟ ਡੂ ਯੂ ਸੇ ਅਬਾਊਟ ਹਲਾਲ, ਯੂ ਨੋ ਵਟ ਇਜ਼ ਅ ਸਿੱਖ ਪਰਸਪੈਕਟਿਵ। ਉਹ ਮੈਂ ਕਿਹਾ ਗੱਲ ਇਹ, ਸਿੱਖ ਪਰਸਪੈਕਟਿਵ ਬਾਣੀ ਦੇ ਮੁਤਾਬਕ ਪਹਿਲਾਂ ਹਲਾਲ ਹਰਾਮ ਸਮਝ ਲਓ। ਖਾਸ ਕਰਕੇ ਮੈਂ ਉਸ ਬਲੀਵ ਦੇ ਲੋਕਾਂ ਨੂੰ ਕਹਿਣਾ ਵਾ, ਮਹਾਰਾਜ ਦੀ ਬਾਣੀ ਦਾ ਬਚਨ ਪੜ੍ਹੋ। ਮਹਾਰਾਜ ਕਹਿੰਦੇ ਕਿ ਗੱਲ ਇਹ ਹੈ, ਅਸੀਂ ਸ਼ਬਦ ਪੜ੍ਹਦੇ ਹਾਂ ਵੀ ਬੰਦਾ ਇਹ ਸੋਚਦਾ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਇੱਕ ਕਹਿੰਦਾ ਵੀ ਸਾਰੇ ਤਰ੍ਹਾਂ ਦਾ ਮਾਸ ਖਾ ਲਾਂਗਾ, ਬਸ ਸੂਰ ਦਾ ਮਾਸ ਨਾ ਹੋਵੇ। ਬਾਬਾ ਜੀ ਕਹਿੰਦੇ ਠੀਕ ਹੈ, ਤੇਰੀ ਐਕਸਰਸਾਈਜ਼ ਕਰੀ ਚੱਲ, ਵੀ ਸਾਰੇ ਤਰ੍ਹਾਂ ਦਾ ਮਾਸ ਖਾ ਲਾਂਗਾ, ਪਰ ਨਾ ਗਾਂ ਦਾ ਮਾਸ ਨਹੀਂ। ਦੈਟ ਇਜ਼ ਗੋ ਹੱਤਿਆ ਤੇ ਬੜਾ ਵੱਡਾ ਪਾਪ ਆ। ਬਾਬਾ ਜੀ ਨੇ ਕੀ ਬਿਆਨ ਕਿਹਾ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜੇ ਸੂਰ ਨਹੀਂ ਖਾਂਦਾ, ਗਾਂ ਨਹੀਂ ਖਾਂਦਾ, ਉਹ ਭਲੇ ਬੰਦੇ, ਇਹਨੂੰ ਖਾਏਗਾ ਨਾ ਖਾਏਗਾ ਇਹ ਛੱਡ ਪਰਾਂ। ਹੱਕ ਪਰਾਇਆ, ਜਦੋਂ ਕਿਸੇ ਦਾ ਹੱਕ ਮਾਰਦਾ, ਇਹ ਹਰਾਮ ਹਲਾਲ ਦੀ ਪਹਿਚਾਨ ਇਹ ਹੈ। ਬਾਕੀ ਗੱਲ ਰਹੀ ਕਿ ਬੜੇ ਮੰਤਰ ਸ਼ੰਤਰ ਪੜ੍ਹ ਕੇ ਜਾਂ ਬੜੀਆਂ ਉਹਨਾਂ ਦੀਆਂ ਆਇਤਾਂ ਵਗੈਰਾ ਪੜ੍ਹ ਕੇ ਕਿਸੇ ਜੀਵ ਨੂੰ ਜਿਬਾ ਕੀਤਾ ਗਿਆ, ਸ਼ਾਹ ਰਗ ਵਾਲੇ ਪਾਸੇ ਹੌਲੀ ਹੌਲੀ ਕਰਕੇ ਵੱਢਿਆ ਗਿਆ। ਸਭ ਆਇਤਾਂ ਪੂਰੀ ਪ੍ਰੋਪਰਲੀ ਪੜ੍ਹੀਆਂ ਗਈਆਂ ਬਲੀਵ ਸਿਸਟਮ ਦੇ ਮੁਤਾਬਕ। ਮਹਾਰਾਜ ਕਹਿੰਦੇ ਚੇਤੇ ਰੱਖੀ, ਇਹ ਸਭ ਕਰ ਲਿਆ ਤੇ ਬਣਾ ਵੀ ਬੜਾ ਵਧੀਆ ਲਿਆ, ਪਰ ਮਾਰਨ ਪਾਏ ਹੋਏ ਹਲਾਲ ਨਾ ਜਾਏ। ਜੇ ਤੂੰ ਸਿਰਫ ਉਹਦੇ 'ਚ ਕੁਝ ਮਸਾਲੇ ਪਾਲੇ, ਕੁਝ ਕਰ ਲਿਆ, ਸੋਚਿਆ ਇਹ ਕਿ ਓਕੇ ਸਭ ਕੁਝ ਕਰਾ ਕੇ ਨਾ ਮੈਂ ਆਪਣੇ ਤਰੀਕੇ ਨਾਲ ਕੱਟ ਵੱਢ ਕੇ ਹਲਾਲ ਕਰ ਲਿਆ, ਇਸ ਤਰ੍ਹਾਂ ਹਲਾਲ ਥੋੜ੍ਹਾ ਹੁੰਦਾ ਆ। ਹਲਾਲ ਦੀ ਬਾਤ ਸਮਝ, ਅਸਲ 'ਚ ਹਲਾਲ ਹੈ ਕੀ ਹੈ। ਇਹਨੂੰ ਬਾਬਾ ਫਰੀਦ ਨੇ ਇਸ ਤਰ੍ਹਾਂ ਬਿਆਨ ਵੀ ਕੀਤਾ, ਕਬੀਰ ਜੋਰੀ ਕੀਏ ਸੋ ਜ਼ੁਲਮ ਹੈ, ਕਹਿਤਾ ਨਾਓ ਹਲਾਲ। ਧੱਕਾ ਕੀਤਾ
ਸਮਾਜ ਵਿੱਚ ਆਲੇ ਦੁਆਲੇ ਵਿੱਚ ਜ਼ੁਲਮੋ ਗਾਰਤ ਦੇ ਨਾਲ, ਤੇ ਉਸ ਧੱਕੇ ਦੇ ਇਵਜ ਵਿੱਚ ਕਮਾਈ ਕਰਕੇ ਤੇ ਫਿਰ ਲਿਆ ਕੇ ਤੇ ਉਹਦੇ ਮੁਤਾਬਕ ਕੁਝ ਧਰਮ ਦਾ ਪ੍ਰਕਰਣ ਕਰਕੇ ਕਿਹਾ ਵੀ ਹੁਣ ਮੇਰਾ ਹੁਣ ਹਲਾਲ ਹੋ ਗਿਆ, ਮੇਰੇ ਵਾਸਤੇ ਇਹ ਧਾਰਮਿਕ ਖੁਰਾਕ ਤਿਆਰ ਹੋ ਗਈ। ਬਾਬਾ ਫਰੀਦ ਜੀ ਕਹਿੰਦੇ ਚੇਤੇ ਰੱਖੀ, ਕਬੀਰ ਜੋਰੀ ਕੀਏ ਸੋ ਜ਼ੁਲਮ ਹੈ ਕਹਿਤਾ ਨਾਉ ਹਲਾਲ, ਦਫ਼ਤਰ ਲੇਖਾ ਮੰਗੀਏ ਤਾਂ ਹੋਏਗਾ ਕੌਣ ਹਵਾਲ। ਅੱਜ ਤੇ ਕੋਈ ਨਹੀਂ ਪੁੱਛ ਰਿਹਾ, ਕੱਲ ਨੂੰ ਦਫ਼ਤਰ ਕਿੱਥੇ ਲੱਗਦਾ ਆ? ਦਫ਼ਤਰ ਫਾਰਸੀ ਚੋਂ ਆਇਆ ਲਫ਼ਜ਼ ਆ, ਜਿੱਥੇ ਅਸਲ ਦੇ ਵਿੱਚ ਕਿਸੇ ਚੀਜ਼ ਦੇ ਉੱਤੇ ਪ੍ਰੋਪਰ ਇਨਵੈਸਟੀਗੇਸ਼ਨ ਹੁੰਦੀ ਹੈ, ਤਸਦੀਕ ਹੁੰਦੀ ਹੈ, ਤੇ ਹੋਰ ਕੋਈ ਕਰੇ ਨਾ ਕਰੇ, ਤੇਰੀ ਸੁਰਤ ਕੱਲ ਨੂੰ ਕਰੇਗੀ, ਤੇਰੀ ਕੌਨਸ਼ੀਅਸ ਕਰੇਗੀ। ਜਦੋਂ ਉੱਥੇ ਜਾ ਕੇ ਕਿਹਨੂੰ ਜਵਾਬ ਦੇਵੇਗਾ? ਇਹ ਤੋਂ ਫਿਰ ਆਪਾਂ ਦੇਖਦੇ ਹਾਂ, ਮਾਫੀ ਮੰਗਾਂਗਾ, ਮੈਂਟਲ ਹੈਲਥ ਬੜੀ ਵਿਗੜ ਰਹੀ ਸਮਾਜ ਦੇ ਵਿੱਚ। ਜੇ ਬੇਸਿਕ ਰੀਜ਼ਨ ਦੇਖੇ ਜਾਣ, ਨੀਂਦ ਕਿਉਂ ਨਹੀਂ ਆਉਂਦੀ, ਕਿਉਂ ਡਿਪਰੈਸਿਵ ਫੀਲ ਕਰਦਾ ਹੈ, ਕਿਉਂ ਵਾਰ-ਵਾਰ ਇਹੋ ਜਿਹੇ ਥਾਟਸ ਆਉਂਦੇ ਨੇ? ਪਿੱਛੇ ਝਾਤ ਮਾਰ ਕੇ ਦੇਖ, ਚੰਗਾ ਮਾੜਾ ਕੀ ਕੀਤਾ ਹੀ ਕੁਛ। ਪਾਪ ਪੁੰਨ ਦੀ ਪਰਿਭਾਸ਼ਾ ਉਸ ਲੈਵਲ ਤੇ ਲਿਆਂਦੀ ਜਾਏ। ਮਹਾਰਾਜ ਨੇ ਜੋ ਇਹ ਬਿਆਨ ਕੀਤਾ ਹੈ, ਗੁਰੂ ਅਮਰਦਾਸ ਸਾਹਿਬ ਨੇ, ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਇਹ ਦੋਵੇਂ ਭਰਾ ਹੀ ਨੇ। ਇਹ ਭਾਵੇਂ ਤੁਸੀਂ ਪੁੰਨ ਦਾ ਪਲੜਾ ਫੜ ਲਓ, ਭਾਵੇਂ ਪਾਪ ਦਾ ਫੜ ਲਓ, ਜਿਹੜੀ ਯੂਨੀਵਰਸਲ ਰਿਐਲਿਟੀ ਹੈ ਉੱਥੇ ਬੈਠ ਕੇ ਕੰਮ ਕਰ। ਇਸ ਸੰਸਾਰ ਦੀ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਵਿੱਚ ਪੁੰਨ ਪਾਪ ਦੀ ਕਹਾਣੀ ਵਿੱਚ ਨਾ ਪਈ। ਅਗਲਾ ਬਚਨ ਲਿਖਿਆ, ਦੋਹੀਂ ਮਿਲ ਕੇ ਸ੍ਰਿਸ਼ਟ ਉਪਾਈ। ਇਹ ਸਾਡੀ ਜਿਹੜੀ ਅੰਦਰ ਦੀ ਸ੍ਰਿਸ਼ਟੀ ਦੀ ਗੱਲ ਹੋ ਰਹੀ ਹੈ ਹੁਣ। ਇਹਨਾਂ ਦੋਨਾਂ ਨੇ ਰਲ ਕੇ ਇੱਕ ਦੁਨੀਆ ਬਣਾ ਦਿੱਤੀ। ਉਸ ਦੁਨੀਆ ਵਿੱਚ ਬੰਦਾ ਬੜਾ ਖੁਸ਼ ਆ, ਉਹ ਕੰਫਰਟ ਫੀਲ ਕਰਦਾ, ਮੈਂ ਆਹ ਕੰਮ ਨਹੀਂ ਕਰਦਾ, ਮੈਂ ਬੜੇ ਪੁੰਨ ਕਰ ਰਿਹਾ, ਮੈਂ ਆਹ ਕੰਮ ਕਰਾਂਗਾ ਬੜਾ ਪਾਪ ਲੱਗ ਜਾਏਗਾ। ਉਹ ਭਾਈ ਯੂਨੀਵਰਸਲ ਸਾਈਡ ਤੇ ਸੋਚ, ਯੂਨੀਵਰਸਲ ਸਾਈਡ ਤੇ ਸੋਚੇਗਾ ਤੇ ਅਹਿਸਾਸ ਹੋਏਗਾ, ਅੱਜ ਨਸ਼ੇ ਨਾਲ ਕਿਸੇ ਦਾ ਬੱਚਾ ਮਰ ਰਿਹਾ, ਤੂੰ ਸਮਾਜ 'ਚ ਆਵਾਜ਼ ਨਹੀਂ ਚੁੱਕ ਰਿਹਾ, ਸੱਚ ਹੈ ਤੈਨੂੰ ਹੀ ਓਨਾ ਹੀ ਪਾਪ ਲੱਗ ਰਿਹਾ। ਜਦੋਂ ਸਮਾਜ ਦੇ ਵਿੱਚ ਵਾਇਲੈਂਸ ਵੱਧ ਰਹੀ ਹੈ ਤੇ ਤੂੰ ਕੋਈ ਆਵਾਜ਼ ਨਹੀਂ ਚੁੱਕ ਰਿਹਾ, ਤੂੰ ਵੀ ਕੰਟਰੀਬਿਊਟ ਕਰ ਰਿਹਾ ਚੁੱਪ ਰਹਿ ਕੇ। ਇਹੋ ਜਿਹੇ ਗੁਰਮਤਿ ਨੇ ਇਹਨੂੰ ਕਿਹਾ ਸੀਗਾ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਜਿਹੜਾ ਗਵਾਂਢੀ ਦੇ ਘਰ ਵਾਪਰੇ ਤੇਰੇ ਘਰ ਵਾਪਰੇ, ਐਵੇਂ ਸੋਚ। ਇੱਥੇ ਜਾ ਕੇ ਧਰਮ ਹੁੰਦਾ। ਬੜੀ ਵੱਡੀ ਬਾਤ ਹੈ ਗੁਰੂ ਸਾਹਿਬ ਦੀ। ਸਭ ਕਹਿੰਦੇ ਜੇ ਇਹ ਚੀਜ਼ ਨਹੀਂ ਅਪਣਾਏਗਾ, ਇੰਝ ਜਾਣ ਕਿ ਤੂੰ ਨਾ ਇੱਕ ਸ੍ਰਿਸ਼ਟੀ, ਇੱਕ ਪਾਪ ਪੁੰਨ ਦੀ ਆਪਣੀ ਕਹਾਵਤ ਨਾਲ ਅੰਦਰ ਪਾਲ ਰਿਹਾ ਹੈਗਾ। ਕਿਆ ਦੋਹੀ ਮਿਲ ਕੇ ਸ੍ਰਿਸ਼ਟ ਉਪਾਈ, ਦੋਵੇਂ ਮਾਰ ਜਾਏ ਇਕਤ ਕਰ ਆਵੈ, ਗੁਰਮਤਿ ਸਹਿਜ ਸਮਾਵਣਿਆ। ਜੇ ਦੋਨਾਂ ਤੋਂ ਪਾਰ ਹੋਏਗਾ, ਇਕਤ ਕਰ ਆਣਾ, ਇੱਕ ਰੱਬ ਦੇ ਗੁਰੂ ਦੇ ਉਸ ਘਰ ਵਿੱਚ ਆਏਗਾ ਜਿੱਥੇ ਧਰਮ ਦੀ ਅਸਲ ਪਰਿਭਾਸ਼ਾ ਹੈ, ਤਾਂ ਜਾਣ ਗੁਰਮਤਿ ਸਹਿਜ ਸਮਾਣਿਆ, ਤਾਂ ਤੈਨੂੰ ਗੁਰੂ ਕੀ ਮੱਤ ਦੇ ਜ਼ਰੀਏ ਸਹਿਜੇ ਉਸ ਰਾਹ ਦੇ ਉੱਤੇ, ਆਨੰਦ ਵਾਲੇ ਰਾਹ ਦੇ ਉੱਤੇ ਸਮਾਉਣ ਦੀ ਜਾਚ ਆਏਗੀ। ਇਹ 4 ਨੰਬਰ ਪਦਾ ਆ, ਅਗਲੇ 4 ਪਦੇ ਰਹਿੰਦੇ ਨੇ ਜਿਹਦੀ ਵਿਵੇਚਨਾ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਤਾਰਨੀਆਂ, ਗੁਰੂ ਆਸ਼ੇ ਮੁਤਾਬਕ ਜੇ ਕੋਈ ਬਾਤ ਲੱਗੇ ਉਹਨੂੰ ਹਿਰਦੇ 'ਚ ਟਿਕਾਉਣਾ। ਭਾਈ ਸਾਹਿਬ ਸਮੁੱਚੇ ਦੀਵਾਨ ਦੀ ਸਮਾਪਤੀ ਕਰਨਗੇ, ਮੈਨੂੰ ਇੱਥੇ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।